ਤੁਸੀਂ MLA ਚੁਣੇ ਗਏ ਇੱਥੋਂ ਦੀ ਜਾ ਕੇ 2019 ਦੇ ਵਿੱਚ ਹੜ੍ਹ ਵੀ ਆ ਜਾਂਦੇ ਨੇ, ਉਹ ਸਾਰਾ ਜ਼ਿੰਮੇਵਾਰ ਤੁਹਾਨੂੰ ਕਹਿੰਦੇ ਨੇ ਵੀ ਇਹਨਾਂ ਦੀ ਜ਼ਿੰਮੇਵਾਰੀ ਸੀ, ਰੇਤਾ ਉੱਥੋਂ ਚੱਲਦਾ ਰਿਹਾ, ਮਾਈਨਿੰਗ ਹੁੰਦੀ ਰਹੀ, ਜੇ ਉਹ ਨਾ ਹੁੰਦਾ ਤਾਂ ਸ਼ਾਇਦ ਹੜ੍ਹ ਵੀ ਨਾ ਆਉਂਦੇ। ਜਿਹੜੇ ਲੋਕ ਕਹਿੰਦੇ ਪਹਿਲਾਂ ਉਹਨਾਂ ਨੂੰ ਤਾਂ ਪੁੱਛ ਲਓ ਵੀ ਤੁਸੀਂ ਕਿੱਥੇ ਖੜੇ ਆ, ਤੁਹਾਡੇ ਅੱਜ ਸ਼ੈਲਰ ਕਿੱਥੋਂ ਬਣ ਗਏ, ਤੁਹਾਡੇ ਕੋਲਡ ਸਟੋਰ ਕਿੱਥੋਂ ਬਣ ਗਏ, ਸ਼ਹਿਰ ਦੀਆਂ ਕਮਰਸ਼ੀਅਲ ਪ੍ਰਾਪਰਟੀਆਂ ਕਿੱਥੋਂ ਆ ਗਈਆਂ, ਤੁਹਾਡੀਆਂ ਕੋਠੀਆਂ ਪਿੰਡ ਫਾਰਮ ਹਾਊਸ 'ਤੇ ਤੁਸੀਂ ਕਿੱਥੋਂ ਕੋਠੀ ਬਣਾ ਲਈ, ਤੁਸੀਂ ਚੰਡੀਗੜ੍ਹ ਕੋਠੀ ਕਿੱਥੋਂ ਬਣਾ ਲਈ, ਤੇ ਕਿੰਨੇ ਸੌ ਕਿੱਲਾ ਜ਼ਮੀਨ ਆ, ਇਹ ਕਿੱਥੋਂ ਆ ਗਏ ਪੈਸੇ। ਇੱਕ 15-16 ਕਿੱਲੇ ਦਾ ਮਾਲਕ ਸੀ, ਮੈਂ ਤਾਂ ਫੇਰ ਖਾਨਦਾਨੀ ਆ, ਮੈਂ ਫੇਰ ਉਸ ਪਰਿਵਾਰ ਦਾ ਵਾਰਸ ਆ ਜਦੋਂ ਮੈਂ ਜਨਮ ਲਿਆ ਉਦੋਂ 400-500 ਕਿੱਲਾ ਜ਼ਮੀਨ ਸੀ ਸਾਡੀ। ਕਿਵੇਂ ਟੱਕਰ ਦੋਗੇ ਉਹਨਾਂ ਨੂੰ, ਕਿਉਂਕਿ ਉਹ ਮੈਂ ਜਦੋਂ ਹੁਣ ਗੱਲਬਾਤ ਕਰਦੇ ਸੀ ਤੇ ਕਹਿ ਰਹੇ ਸੀ ਕਿ ਮੈਂ ਤਾਂ ਪਿੰਡ ਘੁੰਮੂੰਗਾ ਜਾ ਕੇ, ਮੇਰਾ ਇੱਕੋ ਟੀਚਾ ਮੈਂ ਲੋਕਾਂ ਨਾਲ ਮਿਲੂੰਗਾ, ਪਿੰਡ ਘੁੰਮ ਵੀ ਰਹੇ ਸੀ ਜਾ ਕੇ ਉੱਥੇ। ਹੁਣ ਕਿਵੇਂ ਟੱਕਰ ਦੋਗੇ? ਪਹਿਲੇ ਪਿਤਾ ਜੀ ਉਹਨਾਂ ਦੇ ਹਾਰ ਗਏ ਸੀ, ਹੁਣ ਪੁੱਤ ਹੈ ਮੈਦਾਨ 'ਚ। ਪਿੰਡ ਘੁੰਮਦਾ ਮੂੰਹ ਨਹੀਂ ਕੋਈ ਲਾ ਰਿਹਾ। ਚੰਨੀ ਸਾਹਿਬ ਦੇ ਜੋ ਕਹਿ ਦਿੰਦੇ ਮੈਂ ਕੰਮ ਕੀਤੇ ਨੇ, ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿ ਦਿੰਦੇ ਕਿ ਹੁਣ ਕੈਪਟਨ ਨੇ ਜੋ ਵੀ ਕੰਮ ਕੀਤੇ, ਜਾਂ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਵੀ ਪਹਿਲਾਂ ਉਸ ਦਾ ਹਿਸਾਬ ਹੋਣਾ ਚਾਹੀਦਾ, ਉਸ ਤੋਂ ਬਾਅਦ 111 ਦਿਨ ਦੀ ਗੱਲ ਹੋਣੀ ਚਾਹੀਦੀ ਹੈ। ਦੇਖੋ ਕਾਂਗਰਸ ਨੇ 5 ਸਾਲ ਦੀ ਟਰਨਓਵਰ 'ਚ ਤਾਂ ਕੰਮ ਕਰਤੇ। ਕੈਪਟਨ ਦਾ ਕਹਿੰਦੇ 4.5 ਸਾਲ ਤੁਸੀਂ ਛੱਡ ਦਿੰਦੇ ਹੋ ਤੇ 111 ਦਿਨ ਚੰਨੀ ਸਾਹਿਬ ਦੇ ਲੈ ਜਾਂਦੇ ਹੋ। ਬ੍ਰਦਰ ਇਹ ਨਹੀਂ ਗੱਲ, ਕਾਂਗਰਸ ਦੀ ਸੀ ਉਹ, ਕੈਪਟਨ ਸਾਹਿਬ ਘਰੋਂ ਤਾਂ ਨਹੀਂ ਸੀ, ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸੀ, ਹੋਰ ਕਿਸੇ ਪਾਰਟੀ ਦੇ ਮੁੱਖ ਮੰਤਰੀ ਤਾਂ ਨਹੀਂ ਸੀ। ਚਰਨਜੀਤ ਸਿੰਘ ਚੰਨੀ ਵੀ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਆ, ਕਾਂਗਰਸ ਪਾਰਟੀ ਨੇ ਬਣਾਇਆ। ਤੁਸੀਂ ਕਿਹਨੂੰ ਲੋਕਪ੍ਰਿਯ ਮੰਨਦੇ ਹੋ, ਕੈਪਟਨ ਅਮਰਿੰਦਰ ਸਿੰਘ ਕਿ ਚਰਨਜੀਤ ਸਿੰਘ ਚੰਨੀ? ਅੱਜ ਦੀ ਡੇਟ 'ਚ ਚਰਨਜੀਤ ਸਿੰਘ ਚੰਨੀ ਆ। ਨਵਜੋਤ ਸਿੰਘ ਸਿੱਧੂ ਕਿ ਚਰਨਜੀਤ ਸਿੰਘ ਚੰਨੀ? ਚੰਨੀ। ਸਿੱਧੂ ਸਾਹਿਬ ਨੂੰ ਨਹੀਂ, ਸਿੱਧੂ ਸਾਹਿਬ ਸਾਡੇ ਪਾਰਟੀ ਦੇ ਪ੍ਰਧਾਨ ਆ, ਸਤਿਕਾਰਯੋਗ ਆ, ਪਰ ਜਿਹੜੀ ਅੱਜ ਲੋਕਾਂ ਦੀ ਆਵਾਜ਼ ਆ, ਜੇ ਅਸੀਂ ਸਹੀ ਗੱਲ ਕਰਾਂਗੇ, ਚੈਨਲ ਤੇ ਬੈਠੇ ਆ, ਜੇ ਅਸੀਂ ਗਲਤ ਗੱਲ ਕਰਾਂਗੇ ਸਾਨੂੰ ਲੋਕ ਨਹੀਂ ਮਾਫ ਕਰਨਗੇ। ਜੇ ਸਹੀ ਗੱਲ ਕਰਨੀ ਤਾਂ ਅੱਜ ਲੋਕਾਂ ਦਾ ਲੋਕਪ੍ਰਿਯ ਨੇਤਾ ਚਰਨਜੀਤ ਸਿੰਘ ਚੰਨੀ ਆ। ਤੁਸੀਂ ਆਦਮਪੁਰ ਤੋਂ ਚਰਨਜੀਤ ਸਿੰਘ ਚੰਨੀ ਚੋਣਾਂ ਲੜਵਾਉਣਾ ਚਾਹੁੰਦੇ ਸਨ, ਤੁਸੀਂ ਗੱਲ ਕਹੀ ਚੰਨੀ ਸਾਹਿਬ ਨੂੰ? ਮੈਂ ਬਿਲਕੁਲ ਕਹੀ। ਇਹਨਾਂ ਦੇ ਏਜੰਡੇ ਕਿੱਥੇ ਗਏ? ਹੁਣ ਡਿਪਟੀ CM ਦਲਿਤ ਫਲਾਨਾ, ਆਪ ਕਹਿੰਦੀ ਫਲਾਨਾ ਦਲਿਤ ਦੇ ਦਾਂਗੇ। ਅਜੇ ਇਹਨਾਂ ਕੋਲ ਬੋਲਣ ਨੂੰ ਕੋਈ ਕਾਂਗਰਸ ਦੇ ਉਲਟ ਹੈ ਕੋਈ? ਕਿਹੜੇ ਇਹੋ ਜਿਹੇ ਕੰਮ ਤੁਸੀਂ ਕੀਤੇ ਨੇ ਜਿਸ ਕਰਕੇ ਲੋਕਾਂ ਦੀ ਵੋਟ ਤੁਹਾਨੂੰ ਜਾਵੇ? ਧੱਕਾ ਨਹੀਂ ਹੋਣ ਦਿੱਤਾ, ਨਜਾਇਜ਼ ਪਰਚਾ ਨਹੀਂ ਕੋਈ ਹੋਣ ਦਿੱਤਾ, ਭਰਾ ਨੂੰ ਭਰਾ ਨਾਲ ਨਹੀਂ ਲੜਾਇਆ ਜਿਹੜਾ ਕਿ ਪਿਛਲੇ ਸਮੇਂ 'ਚ ਇਹ ਹੋ ਰਿਹਾ ਸੀ। ਅਜੀਤ ਸਿੰਘ ਕੋਹਾੜ ਨੂੰ ਪੈਦਾ ਕਰਨ ਵਾਲਾ ਵੀ ਸਾਡਾ ਪਰਿਵਾਰ, ਤੇ ਉਹਨੂੰ ਲਾਉਣ ਵਾਲਾ ਵੀ ਸਾਡਾ ਹੀ ਪਰਿਵਾਰ ਹੈ। ਬਚਿੱਤਰ ਸਿੰਘ ਤਾਂ ਇਹ ਕਹਿੰਦੇ ਨੇ ਵੀ ਅਜੀਤ ਸਿੰਘ ਹੁੰਦੇ ਤਾਂ ਸ਼ਾਇਦ ਤੁਸੀਂ ਜਿੱਤ ਨਾ ਪਾਉਂਦੇ, ਜੇ ਚੋਣਾਂ ਹੁੰਦੀਆਂ ਤਾਂ 20 ਸਾਲ ਤੋਂ ਤਾਂ ਕੋਈ ਜਿੱਤ ਨਹੀਂ ਪਾਇਆ। ਤੇ ਜਿਹੜੀ ਅਜੀਤ ਸਿੰਘ ਕੋਹਾੜ ਨੂੰ 46,000 ਸਮਥਿੰਗ ਵੋਟਾਂ ਪਈਆਂ, ਉਦੋਂ ਮੈਂ 48 ਨੇੜੇ ਤੇੜਾ ਕੰਮ ਸੀ, ਉਦੋਂ 4800 ਵੋਟ ਤੇ ਲੂਜ਼ ਕੀਤਾ ਹੈ। ਨਵੇਂ ਸੀ, ਅਣਜਾਣ ਸੀ, ਨਹੀਂ ਸੀ ਪਹਿਲੀ ਇਲੈਕਸ਼ਨ ਲੜੀ ਸੀ। ਹੁਣ ਤੁਸੀਂ ਕੀ ਮੰਨਦੇ ਹੋ, ਤੁਹਾਡਾ ਟੱਕਰ ਕਿਸ ਪਾਰਟੀ ਨਾਲ ਹੈ? ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਕਿਸ ਪਾਰਟੀ ਨਾਲ ਮੁਕਾਬਲਾ? ਅਖੀਰ ਸਾਡਾ ਬੇਸਿਕਲੀ ਸਾਡੇ ਆਮ ਆਦਮੀ ਪਾਰਟੀ ਦਾ ਵਾਲਾ ਕੋਈ ਆਧਾਰ ਨਹੀਂ ਰਹਿ ਗਿਆ, ਕਿਉਂਕਿ ਬਾਈ ਇਲੈਕਸ਼ਨ 'ਚ 1900 ਵੋਟ ਪਈ ਸੀ। ਅਕਾਲੀ ਦਲ ਨਾਲ ਹੀ ਹੋਊਗਾ ਮੁਕਾਬਲਾ ਸਾਡਾ। ਪੰਜਾਬ ਦੇ ਵਿੱਚ ਸਿਆਸਤਦਾਨਾਂ ਵੱਲੋਂ ਇੱਕ ਦੂਸਰੇ ਤੇ ਸਿਆਸੀ ਬਿਆਨਬਾਜ਼ੀ ਜਾਰੀ ਹੈ ਤਾਂ ਮਾਹੌਲ ਵੀ ਭਖਿਆ ਹੋਇਆ ਹੈ। ਅੱਜ ਅਸੀਂ ਮੌਜੂਦ ਹਾਂ ਸ਼ਾਹਕੋਟ, ਜਿਸ ਨੂੰ ਪੰਜਾਬ ਦੀ ਸਭ ਤੋਂ ਹੌਟ ਸੀਟ ਵੀ ਕਿਹਾ ਜਾਂਦਾ ਹੈ। ਉਹ ਇਸ ਕਰਕੇ ਕਿਉਂਕਿ ਲਗਾਤਾਰ 20 ਸਾਲ ਅਜੀਤ ਸਿੰਘ ਕੋਹਾੜ ਜੋ ਨੇ ਇੱਥੋਂ ਦੇ MLA ਰਹੇ ਨੇ, 25 ਸਾਲ MLA ਬਕਾਇਦਾ ਉਹ ਜਿੱਤਦੇ ਆਏ ਨੇ, 20 ਸਾਲ ਲਗਾਤਾਰ। ਤੇ ਉਸ ਤੋਂ ਬਾਅਦ 2017 ਦੇ ਵਿੱਚ ਹਰਦੇਵ ਸਿੰਘ ਆ ਜਾਂਦੇ ਨੇ ਚੋਣਾਂ ਦੇ ਵਿੱਚ, ਹਾਰ ਜਾਂਦੇ ਨੇ ਹਰਦੇਵ ਸਿੰਘ। ਉਸ ਤੋਂ ਬਾਅਦ 2018 ਦੇ ਵਿੱਚ ਜਿਮਨੀ ਚੋਣਾਂ ਹੁੰਦੀਆਂ ਨੇ, ਜਿਮਨੀ ਚੋਣਾਂ ਦੇ ਵਿੱਚ ਅਜੈਬ ਸਿੰਘ ਕੋਹਾੜ ਜੋ ਕਿ ਅਜੀਤ ਸਿੰਘ ਦੇ ਬੇਟੇ ਸਨ, ਉਹਨਾਂ ਤੋਂ ਜਿੱਤ ਜਾਂਦੇ ਨੇ। ਸਾਡੇ ਨਾਲ ਮੌਜੂਦ ਨੇ ਹਰਦੇਵ ਸਿੰਘ ਲਾਡੀ। ਚਰਚਾ ਇਸ ਸੀਟ ਦੀ ਇਸ ਕਰਕੇ ਹੁੰਦੀ ਹੈ ਕਿਉਂਕਿ ਕਿਤੇ ਲੰਬੇ ਸਿਆਸਤਦਾਨ ਪਾਰੀਆਂ ਖੇਡਦੇ ਨੇ, ਜਿੱਤਦੇ ਨੇ, ਉਸ ਤੋਂ ਬਾਅਦ ਬਹੁਤ ਔਖਾ ਹੋ ਜਾਂਦਾ ਹੈ ਸੀਟ ਤੋਂ ਜਿੱਤਣਾ। ਪਰ ਸੀਟ ਲਾਡੀ ਜੀ ਨੇ ਜਿੱਤੀ, ਕਾਂਗਰਸ ਦੀ ਝੋਲੀ ਵਿੱਚ ਪਾਈ ਸੀ। 2018 ਦੇ ਵਿੱਚ ਜਿਮਣੀ ਚੋਣਾਂ ਹੋਈਆਂ ਸਨ। ਤਾਂ ਹਰਦੇਵ ਸਿੰਘ ਲਾਡੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਜਿੰਨਾ ਵੀ ਏਰੀਆ ਇੱਥੇ ਹੈਗਾ, ਦਰਿਆਈ ਏਰੀਆ, 60-65 ਕਿਲੋਮੀਟਰ ਦਾ ਏਰੀਆ, ਮਾਈਨਿੰਗ ਦੀ ਵੀ ਇੱਥੇ ਚਰਚਾ ਹੁੰਦੀ ਹੈ, ਮਾਈਨਿੰਗ ਬਹੁਤ ਜ਼ਿਆਦਾ ਹੁੰਦੀ ਹੈ। ਦੂਸਰੇ ਪਾਸੇ ਬਚਿੱਤਰ ਸਿੰਘ ਜੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੜੇ ਹੋਏ ਨੇ, ਅਜੀਤ ਸਿੰਘ ਦੇ ਪੋਤੇ ਨੇ। ਤਾਂ ਚਰਚਾ ਕਰਾਂਗੇ ਆਪਾਂ ਲਾਡੀ ਜੀ ਦੇ ਨਾਲ। ਹਰਦੇਵ ਸਿੰਘ ਲਾਡੀ ਸਾਡੇ ਨਾਲ ਮੌਜੂਦ ਨੇ। ਕਿਹੜੀਆਂ ਗੱਲਾਂ ਲੈ ਕੇ ਦੁਬਾਰਾ ਇਹ ਲੋਕਾਂ ਕੋਲ ਜਾ ਰਹੇ ਨੇ, ਸ਼ਾਹਕੋਟ ਦੇ ਲੋਕਾਂ ਕੋਲ, ਔਰ ਕਿਉਂ ਵੋਟ ਇਹਨਾਂ ਨੂੰ ਕਰਨ ਲੋਕ। ਔਰ ਦੂਸਰੇ ਪਾਸੇ ਤੁਹਾਨੂੰ ਬਾਕੀ ਉਮੀਦਵਾਰਾਂ ਨਾਲ ਵੀ ਗੱਲਬਾਤ ਕਰਵਾਈ, ਚਰਚਾ ਉਹਨਾਂ ਨਾਲ ਵੀ ਜਾਰੀ ਰੱਖੀ, ਕਿਉਂਕਿ ਸਿਆਸਤਦਾਨ ਦਾ ਕੰਮ ਹੁੰਦਾ ਇੱਕ ਦੂਜੇ ਤੇ
ਤਿੱਖੇ ਨਿਸ਼ਾਨੇ ਲਗਾਉਣਾ ਤੇ ਮੀਡੀਆ ਦਾ ਕੰਮ ਹੁੰਦਾ ਹੈ ਉਹ ਸਾਰੀਆਂ ਗੱਲਾਂ ਤੁਹਾਡੇ ਤੱਕ ਲੈ ਕੇ ਜਾਣੀਆਂ ਕਿ ਸਿਆਸਤਦਾਨ ਇੱਕ ਦੂਸਰੇ ਬਾਰੇ ਸੋਚਦੇ ਕੀ ਨੇ। ਹਰਦੇਵ ਸਿੰਘ ਸਾਡੇ ਲਾਡੀ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਚਰਚਾ ਕਰਾਂਗੇ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਪਹਿਲਾਂ ਤਾਂ ਸਾਰੇ ਪੰਜਾਬ ਨਿਊਜ਼ ਦੇ ਦਰਸ਼ਕ ਵੀਰਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਸਾਡੇ ਕੋਲ ਚੱਲ ਕੇ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਪਹਿਲਾਂ ਮੇਰਾ ਸਵਾਲ ਇਹ ਹੈ ਕਿ ਦਰਿਆਈ ਇਲਾਕਾ ਹੈ, 65 ਕਿਲੋਮੀਟਰ ਦਾ ਇਲਾਕਾ ਹੈ, ਮਾਈਨਿੰਗ ਨੂੰ ਲੈ ਕੇ ਬੜੀ ਚਰਚਾ ਹੈ, ਕਹਿੰਦੇ ਬਹੁਤ ਜ਼ਿਆਦਾ ਮਾਈਨਿੰਗ ਹੁੰਦੀ ਹੈ ਇੱਥੇ। ਦਰਿਆਈ ਇਲਾਕਾ, ਉੱਥੇ ਲੋਕ ਹੀ ਵੱਸਦੇ ਆ। ਚਲੋ ਤੁਸੀਂ ਮਾਈਨਿੰਗ ਦੀ ਗੱਲ ਕਰਾਂਗੇ। ਮਾਈਨਿੰਗ ਚਰਚਾ ਵਾ, ਹੁੰਦੀ ਨਹੀਂ। ਵਿਰੋਧੀਆਂ ਦਾ ਕੰਮ ਹੈ ਇਲਜ਼ਾਮ ਲਾਉਣਾ, ਉਹ ਲੱਗਦੇ ਰਹਿੰਦੇ ਆ। ਸਾਡੇ ਸ਼ਾਹਕੋਟ ਹਲਕੇ ਦੇ ਲੋਕਾਂ ਨੂੰ ਪਤਾ ਵੀ ਇੱਥੇ ਕੀ ਹੋ ਰਿਹਾ। ਜਿਹੜੀ ਤੁਸੀਂ ਮਾਈਨਿੰਗ ਦੀ ਗੱਲ ਕੀਤੀ, ਉਹਦੇ ਜਿਹੜੇ ਸਰਕਾਰ ਦੇ ਪੁਆਇੰਟ ਪਹਿਲਾਂ ਖੱਡਾ ਸੀ, ਹੁਣ ਕਲਸਟਰ ਜਿਹੜੇ ਜੈਨੂਇਨ ਪੁਆਇੰਟ ਆ ਉਹ ਜ਼ਰੂਰ ਇੱਥੇ ਚੱਲਦੇ ਆ। ਉਹ ਸਰਕਾਰ ਦੇ ਜਿਹੜੇ ਨੋਰਮਸ ਆ ਉਹਨਾਂ ਨੂੰ ਫਾਲੋ ਕਰਦੇ ਆ। ਕਾਫੀ ਲੰਮਾ ਸਮਾਂ ਇੱਥੇ ਦੇ 20 ਸਾਲ ਸਿਆਸਤ ਵਿੱਚ ਲਗਾਤਾਰ ਰਹੇ ਇੱਥੇ। ਪਰ ਮੇਰਾ ਸਵਾਲ ਹੈ ਕਿ ਉਹਨਾਂ ਨੂੰ ਮਾਤ ਦੇਣਾ ਸੌਖਾ ਨਹੀਂ ਸੀ। ਕਿੱਦਾਂ ਤੁਸੀਂ ਸੀਟ ਕੱਢ ਕੇ ਲੈ ਗਏ 2018 ਦੇ ਵਿੱਚ? ਦੇਖੋ, ਅਜੀਤ ਸਿੰਘ ਕੁਹਾੜ ਪਹਿਲੀ ਵਾਰ 1997 'ਚ ਜਿੱਤੇ, ਉਦੋਂ ਅਸੀਂ ਉਹਦੇ ਨਾਲ ਸੀ। ਮੇਰੇ ਸਵਰਗਵਾਸੀ ਤਾਇਆ ਜੀ ਸਾਹਿਬ ਦਰਬਾਰਾ ਸਿੰਘ ਜੀ ਜਿਹੜੇ ਸਰਪੰਚੀ ਤੋਂ ਲੈ ਕੇ ਗਵਰਨਰੀ ਤੱਕ ਪਹੁੰਚੇ, ਉਸ ਸਮੇਂ ਉਹ ਮੈਂਬਰ ਪਾਰਲੀਮੈਂਟ ਸੀ ਜਲੰਧਰ ਤੋਂ, ਅਕਾਲੀ ਦਲ ਔਰ ਬਹੁਜਨ ਸਮਾਜ ਪਾਰਟੀ ਦਾ ਗਠਬੰਧਨ ਹੋਇਆ ਸੀ 94 'ਚ। ਉਹਨਾਂ ਨੇ ਅਜੀਤ ਸਿੰਘ ਕੁਹਾੜ ਨੂੰ ਪਹਿਲੀ ਵਾਰ ਟਿਕਟ ਦਿੱਤੀ ਸੀ। ਸਾਡਾ ਪਰਿਵਾਰ ਪੁਰਾਣਾ, ਮੈਂ ਉਦੋਂ ਜੰਮਿਆ ਨਹੀਂ ਸੀ ਜਿੱਦਣ ਸਾਡੇ ਘਰ ਦੇ ਵਿੱਚ ਮਿਨਿਸਟਰੀ ਸੀ। ਸਾਜ ਜੀ ਪਹਿਲੀ ਵਾਰ 1967 'ਚ ਡਿਪਟੀ ਮਿਨਿਸਟਰ ਬਣੇ, 1969 'ਚ ਫਿਰ ਆਜ਼ਾਦ ਜਿੱਤੇ, ਪਹਿਲੀ ਵਾਰ ਵੀ ਆਜ਼ਾਦ ਜਿੱਤੇ, ਨਕੋਦਰ ਕੰਸਟੀਚੁਐਂਸੀ ਸੀ ਉਦੋਂ, ਸਪੀਕਰ ਬਣੇ। ਫਿਰ 72 'ਚ ਕਾਂਗਰਸੀ ਟਿਕਟ 'ਤੇ ਜਿੱਤੇ, ਫਿਰ ਸਪੀਕਰ ਬਣੇ। ਸੋ ਇਹ ਸਾਡੀ ਪੋਲੀਟੀਕਲ ਪਰਿਵਾਰ ਆ, ਪੁਰਾਣਾ ਪਰਿਵਾਰ ਆ, ਅਸੀਂ ਵੱਡਾ ਪਰਿਵਾਰ ਆ, ਸ਼ੇਰਵਾਲੀਆ ਪਰਿਵਾਰ, ਅਤੇ ਇਹਦਾ ਇਲਾਕੇ 'ਚ ਲੋਕਾਂ ਨਾਲ ਪਿਆਰ ਆ। ਸੋ ਇਸ ਕਰਕੇ ਜਿਹੜੀ ਅਸੀਂ ਕੋਈ ਨਵੇਂ ਨਹੀਂ ਸਿਆਸਤ ਦੇ ਵਿੱਚ। ਅਜੀਤ ਸਿੰਘ ਕੁਹਾੜ ਨੂੰ ਪੈਦਾ ਕਰਨ ਵਾਲਾ ਵੀ ਸਾਡਾ ਪਰਿਵਾਰ, ਤੇ ਉਹਨੂੰ ਲਾਉਣ ਵਾਲਾ ਵੀ ਸਾਡਾ ਹੀ ਪਰਿਵਾਰ ਆ। ਬਚਿੱਤਰ ਸਿੰਘ ਤਾਂ ਇਹ ਕਹਿੰਦੇ ਨੇ ਵੀ ਅਜੀਤ ਸਿੰਘ ਹੁੰਦੇ ਤਾਂ ਸ਼ਾਇਦ ਤੁਸੀਂ ਜਿੱਤ ਨਾ ਪਾਉਂਦੇ ਜੇ ਚੋਣਾਂ ਹੁੰਦੀਆਂ ਤਾਂ। 20 ਸਾਲ ਤੋਂ ਤਾਂ ਕੋਈ ਜਿੱਤ ਨਹੀਂ ਪਾਇਆ। ਦੇਖੋ, ਜਦੋਂ 2017 'ਚ ਅਸੀਂ ਟਿਕਟ ਮਿਲੀ ਪਹਿਲੀ ਵਾਰ ਮੈਨੂੰ, ਤਾਂ 2017 'ਚ ਅਸੀਂ ਲੜਾਈ ਨੂੰ ਬਹੁਤ ਕਲੋਜ਼ ਲੈ ਗਏ ਸੀ। ਸਾਨੂੰ ਟਿਕਟ ਬਹੁਤ ਥੋੜ੍ਹੇ ਦਿਨ ਪਹਿਲਾਂ ਮਿਲੀ। 234 ਪਿੰਡ ਆ ਇਸ ਹਲਕੇ ਦੇ, ਅਤੇ ਨਾਲ 3 ਸ਼ਹਿਰ ਆ, ਅਤੇ ਸਾਨੂੰ ਸਿਰਫ ਕੰਪੇਨ ਕਰਨ ਨੂੰ 15 ਦਿਨ ਮਿਲੇ ਸੀ। 15-18 ਦਿਨ, ਜਿਹਦੇ ਵਿੱਚ ਪੇਪਰ ਨੋਮੀਨੇਸ਼ਨ ਵੀ ਕਰਨਾ ਸੀ, ਕੰਪੇਨ ਵੀ ਚਾਲੂ ਕਰਨੀ ਸੀ, ਸਾਰਾ ਕੁਛ। ਤਾਂ ਉਹਨੇ ਦਿਨਾਂ 'ਚ ਤਾਂ ਪਿੰਡ ਤੁਸੀਂ ਰੋਜ਼ ਦੇ 15-15 ਵੀ ਜਾਓ ਤਾਂ ਵੀ ਨਹੀਂ ਪੂਰੇ ਨਿਕਲ ਹੁੰਦੇ। ਸੋ ਇਸ ਕਰਕੇ ਥੋੜ੍ਹੇ ਦਿਨਾਂ 'ਚ ਅਸੀਂ ਬਹੁਤ ਵੱਡੀ ਲੜਾਈ ਲੜੀ ਸੀ। ਉਦੋਂ ਇੱਕ ਆਮ ਆਦਮੀ ਪਾਰਟੀ ਦੀ ਲਹਿਰ ਸੀ। ਆਮ ਆਦਮੀ ਪਾਰਟੀ ਦੀ ਲਹਿਰ ਸੀ, ਇਹ ਲੱਗ ਰਿਹਾ ਇਸ ਆਮ ਆਦਮੀ ਹੋਈ ਪਈ ਸੀ ਸਾਰੇ ਪਾਸੇ। ਅਸੀਂ ਉਸ ਲਹਿਰ ਨੂੰ ਵੀ ਤੋੜਿਆ। ਉਸ ਲਹਿਰ ਨੂੰ ਕੱਟ ਕੇ ਅਸੀਂ 42,000 ਵੋਟ ਲਈ, ਆਮ ਆਦਮੀ ਪਾਰਟੀ ਨੇ 41,000 ਲਈ, ਅਤੇ ਜਿਹੜੀ ਅਜੀਤ ਸਿੰਘ ਕੁਹਾੜ ਨੂੰ 46,000 ਸਮਥਿੰਗ ਵੋਟਾਂ ਪਈਆਂ। ਉਦੋਂ ਮੈਂ 48 ਕੰਮ ਸੀ, ਉਦੋਂ 4800 ਵੋਟ 'ਤੇ ਲੂਜ਼ ਕੀਤਾ ਸੀ। ਨਵੇਂ ਸੀ, ਅਣਜਾਣ ਸੀ, ਨਹੀਂ ਸੀ ਪਹਿਲੀ ਇਲੈਕਸ਼ਨ ਲੜੀ ਸੀ। ਇਲੈਕਸ਼ਨ ਆਪ ਸਿੱਧੀ ਕੋਈ ਲੜੀ ਨਹੀਂ ਸੀ। ਸਾਲ ਵਿੱਚ ਤਜਰਬਾ ਹੋ ਗਿਆ, 17 ਤੋਂ ਫਿਰ 18 ਜਿੱਤ ਜਾਂਦੇ ਹੋ ਨਾ। ਮੈਂ ਜਿੱਦਾਂ 17 'ਚ ਹਰਿਆ, ਇੱਥੋਂ ਜਲੰਧਰੋਂ ਜਦੋਂ ਰਿਜ਼ਲਟ ਆਇਆ, ਇੱਥੇ ਘਰ ਆਇਆ, ਪ੍ਰਸ਼ਾਦਾ ਛਕਿਆ, ਛਕ ਕੇ 4 ਵਜੇ ਆਪਣੇ ਉੱਥੇ ਫਾਰਮ ਹਾਊਸ 'ਤੇ ਜਾ ਕੇ ਬੈਠ ਗਿਆ ਸੀ, ਲੋਕਾਂ ਨੂੰ ਮਿਲਿਆ। ਉਦੋਂ ਤੋਂ ਦੂਏ ਦਿਨ ਵੀ ਉੱਥੇ ਬੈਠਾ, ਮਿਲਿਆ, ਅਤੇ ਉੱਥੋਂ ਅਗਲੇ ਦਿਨ ਪਿੰਡੋਂ ਪਿੰਡੀ ਤੁਰ ਪਿਆ। ਸਰਕਾਰ ਬਣ ਗਈ ਸੀ ਕਾਂਗਰਸ ਪਾਰਟੀ ਦੀ। ਮੇਰਾ ਪਹਿਲਾ ਮਸੀਹ ਸਾਹਿਬ ਹਲਕੇ ਦੇ ਜਿੰਨੇ ਮੇਰੇ ਪਰਿਵਾਰ ਹੈ, ਜਿੰਨਾ ਹਲਕਾ, ਉਹਨਾਂ ਦਾ ਧੰਨਵਾਦ ਕਰਕੇ ਆਵਾਂ ਜਿਨ੍ਹਾਂ ਨੇ ਥੋੜ੍ਹੇ ਦਿਨਾਂ 'ਚ ਮੈਨੂੰ ਬਹੁਤ ਪਿਆਰ ਦਿੱਤਾ। ਸਰਕਾਰ ਬਣੀ, ਉਹਨਾਂ ਦੇ ਮੈਂ ਕੰਮ ਕਰਾਂ, ਹਲਕੇ ਦੀ ਜਿਹੜੀ ਮੈਂ ਕਮਿਟਮੈਂਟ ਕੀਤੀਆਂ ਉਹਨਾਂ ਨੂੰ ਮੈਂ ਪੂਰਾ ਕਰਾਂ। 3 ਪਾਰਟੀਆਂ ਸੀ ਉਸ ਸਮੇਂ, 17 ਦੇ 18 ਦੀ ਗੱਲ ਕਰੀਏ। ਹੁਣ 5 ਪਾਰਟੀਆਂ ਨੇ ਪੰਜਾਬ ਦੇ ਵਿੱਚ। ਬੀਜੇਪੀ ਦੀ ਪਾਰਟੀ ਕਰ ਲਈ, ਕਹਿ ਲਈਏ ਐਸਐਸਐਮ ਕਹਿ ਲਈਏ ਕਿਸਾਨਾਂ ਦੀ, ਸ਼੍ਰੋਮਣੀ ਅਕਾਲੀ ਦਲ ਹੋ ਗਈ, ਆਮ ਆਦਮੀ ਪਾਰਟੀ ਹੋ ਗਈ। 5 ਪਾਰਟੀਆਂ ਨੇ। ਹੁਣ ਜਿੱਤਣਾ ਸੌਖਾ ਹੈ ਕਿ ਔਖਾ ਹੈ ਹੁਣ ਦੇ ਚੋਣਾਂ ਦੇ ਵਿੱਚ? ਪਾਰਟੀਆਂ ਤਾਂ ਉਦੋਂ ਵੀ 5 ਹੀ ਸੀ। ਕੋਈ ਬੀਐਸਪੀ ਵੱਲੋਂ ਲੜ ਲੈਂਦਾ ਸੀ, ਬੀਐਸਪੀ ਦਾ ਕੈਂਡੀਡੇਟ ਆ, ਤਾਂ ਹੁਣ ਬੀਐਸਪੀ ਵਾਲੇ ਅਕਾਲੀ ਦਲ ਨਾਲ ਗਠਬੰਧਨ ਹੋ ਗਿਆ। ਅੱਗੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਗਠਬੰਧਨ ਸੀ,
ਕਾਂਗਰਸ ਤਾਂ ਕੱਲੀ ਲੜੀ ਜਦੋਂ ਵੀ ਲੜੀ ਹੈ। ਕਾਂਗਰਸ ਕਿਸੇ ਨਾਲ ਗਠਬੰਧਨ ਨਹੀਂ ਕਰਦੀ। ਕਾਂਗਰਸ ਪਾਰਟੀ ਦਾ ਜਿਹੜਾ ਕੇਡਰ ਹੈ ਬਹੁਤ ਮਜ਼ਬੂਤ ਕੇਡਰ ਹੈ। ਸੋ ਇਹਨਾਂ ਪਾਰਟੀਆਂ ਦੇ ਆਉਣ ਨਾਲ ਕੋਈ ਫਰਕ ਨਹੀਂ ਕਿਸੇ ਨੂੰ ਪੈਣਾ। ਜਿਹੜੀ ਭਾਰਤੀ ਜਨਤਾ ਪਾਰਟੀ ਜਿਹੜੀਆਂ ਸ਼ਹਿਰਾਂ ਦੀਆਂ ਸੀਟਾਂ ਆਲਰੇਡੀ ਪਹਿਲਾਂ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਹੁੰਦਾ ਸੀ, ਅਕਾਲੀ ਦਲ ਦੀ ਸਪੋਰਟ ਹੁੰਦੀ ਸੀ ਉਹਨਾਂ ਨੂੰ। ਸੋ ਇਸ ਕਰਕੇ ਇਹ ਬਰਨਾਲਾ ਉੱਥੇ ਹੀ ਰਹਿਣਾ। ਅੱਛਾ, ਹੁਣ ਤੁਹਾਡੇ ਜੇ ਕਾਂਗਰਸ ਪਾਰਟੀ ਦੀ ਗੱਲ ਕਰ ਲਈਏ ਆਪਾਂ, ਤੁਹਾਡੇ ਇਸ ਹਲਕੇ ਦੀ ਗੱਲ ਕਰ ਲਈਏ ਆਪਾਂ, ਕੀ ਲੱਗਦਾ ਵੀ ਕਿਹਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੈ, ਸ਼੍ਰੋਮਣੀ ਅਕਾਲੀ ਦਲ ਨਾਲ ਹੈ, ਸਿੰਧੂ ਸਮਾਜ ਮੋਰਚੇ ਨਾਲ ਹੈ, ਬੀਜੇਪੀ ਨਾਲ ਹੈ? ਕਿਸੋਂ ਟੱਕਰ ਦੋਗੇ? ਕਿਹੜੀਆਂ ਪਾਰਟੀਆਂ ਹੈਗੀਆਂ ਨੇ? ਦੇਖੋ, ਵੋਟ ਬੈਂਕ ਹਰ ਇੱਕ ਪਾਰਟੀ ਦਾ ਕੇਡਰ ਹੁੰਦਾ। ਜੇ ਆਪਾਂ ਇਹ ਨਹੀਂ ਡਿਨਾਈ ਕਰ ਸਕਦੇ ਵੀ ਉਹਨਾਂ ਦਾ ਬਿਲਕੁਲ ਹੀ ਨਹੀਂ ਹੈਗਾ। 41,000 ਵੋਟ ਲਈ ਆਮ ਆਦਮੀ ਪਾਰਟੀ ਨੇ ਉਸ ਸਮੇਂ, ਅਕਾਲੀ ਦਲ ਨੇ 46-48,000 ਲਈ। ਜਦੋਂ ਬਾਈ ਇਲੈਕਸ਼ਨ ਆਈ ਮੈਨੂੰ 83,000 ਪਈ, ਅਤੇ ਅਕਾਲੀ ਦਲ ਨੂੰ 43,000 ਸਮਥਿੰਗ ਕਿੰਨੀ ਪਈ, 39,000 ਤੇ ਮੈਂ ਜਿੱਤਿਆ। ਸੋ ਉਹਦੇ ਨਾਲ ਪਾਰਲੀਮੈਂਟ ਅਸੀਂ ਲੜੀ ਆ, ਅਕਾਲੀ ਦਲ ਨਾਲ ਲੜੀ। ਇਹਨਾਂ ਕਈਆਂ ਪਾਰਟੀਆਂ ਦਾ ਗਠਬੰਧਨ ਸੀ, ਕਈ ਝੰਡੇ ਲਾਈ ਫਿਰਦੇ ਸੀ, ਕਈ ਹੋਰ ਵੀ ਸਮਝੌਤੇ ਰਲੇ ਸੀ, ਤਾਂ ਅਸੀਂ 19,500 ਤੇ ਜਿੱਤੇ ਹਾਂ। ਜੇ ਅਸੀਂ ਲੋਕਾਂ 'ਚ ਗਏ ਕੰਮ ਕੀਤਾ ਤਾਂ ਜਿੱਤੇ। ਉਦੋਂ ਮੋਦੀ ਲਹਿਰ ਵੀ ਸੀ। ਸੋ ਇਸ ਕਰਕੇ ਹਰ ਪਾਰਟੀ ਦਾ ਕੇਡਰ ਹੁੰਦਾ। ਇਹ ਲੋਕਤੰਤਰ ਹੈ, ਲੋਕਾਂ ਦਾ ਆਪਣਾ ਇੰਡੀਵਿਜੂਅਲ ਫੈਸਲਾ ਹੁੰਦਾ। ਉਹ ਉਹਨਾਂ ਨੇ ਕੈਂਡੀਡੇਟ ਦਾ ਪੱਖ ਵੇਖਣਾ, ਉਹਨਾਂ ਨੇ ਆਪਣੇ ਕੰਮਾਂ ਨੂੰ ਵੀ ਦੇਖਣਾ, ਹਰ ਚੀਜ਼ ਨੂੰ ਦੇਖ ਕੇ ਫੈਸਲਾ ਕਰਨਾ। ਹੁਣ ਤੁਸੀਂ ਕੀ ਮੰਨਦੇ ਹੋ, ਤੁਹਾਡਾ ਟੱਕਰ ਕਿਸ ਪਾਰਟੀ ਨਾਲ ਹੈ? ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਕਿਸ ਪਾਰਟੀ ਨਾਲ? ਦੇਖੋ, ਅਕਾਲੀ ਦਲ ਦਾ ਵੀ ਜੋ ਕਹੋ ਤਾਂ ਕੇਡਰ ਹੈ, ਕੇਡਰ ਨਹੀਂ ਹੈਗਾ, ਨਹੀਂ ਹੈਗਾ। ਮੈਂ ਉਸ ਗੱਲ ਨੂੰ ਡਿਨਾਈ ਨਹੀਂ ਕਰਦਾ। ਮੁਕਾਬਲਾ ਅਖੀਰ ਸਾਡਾ ਬੇਸਿਕਲੀ ਸਾਡੇ ਆਮ ਆਦਮੀ ਪਾਰਟੀ ਦਾ ਵਾਲਾ ਕੋਈ ਆਧਾਰ ਨਹੀਂ ਰਹਿ ਗਿਆ, ਕਿਉਂਕਿ ਬਾਈ ਇਲੈਕਸ਼ਨ 'ਚ 1900 ਵੋਟ ਪਈ ਸੀ। ਅਕਾਲੀ ਦਲ ਨਾਲ ਹੀ ਹੋਊਗਾ ਮੁਕਾਬਲਾ ਸਾਡਾ। ਭਗਵੰਤ ਮਾਨ ਦਾ ਸੀਐਮ ਚ ਇਹਦਾ ਅਨਾਊਂਸਮੈਂਟ ਕਰਤਾ। ਹੁਣ ਮੈਂ ਅਕਾਲੀ ਦਲ, ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ, ਹੁਣ ਉਹਨਾਂ ਦਾ ਨਾਲ ਮਿਲ ਕੇ ਆਇਆ, ਉਹ ਕਹਿੰਦੇ ਵੀ ਭਗਵੰਤ ਮਾਨ ਦਾ ਇੱਕ ਲਹਿਰ ਚੱਲੂਗੀ, ਜਿੱਥੇ ਨਹੀਂ ਹੈਗੀ ਆਮ ਆਦਮੀ ਪਾਰਟੀ ਉੱਥੇ ਵੀ ਦਿਖਾਈ ਦੇਊਗੀ। ਭਗਵੰਤ ਮਾਨ ਦੇ ਚਿਹਰਾ ਅਨਾਊਂਸ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਕੋਈ ਬਾਹਲਾ ਬਲ ਨਹੀਂ ਮਿਲਿਆ। ਇਹ ਗਲਤ ਫਹਿਮੀ ਆ। ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਬਲ ਮਿਲਿਆ। ਪੰਜਾਬ 'ਚ ਲੋਕ ਉਹਦੇ ਨਾਲ ਖੜ ਗਏ ਆ। ਅੱਜ ਈਡੀ ਦਾ ਕਿਉਂ ਤੇ ਰੇਡ ਹੋ ਰਹੇ ਆ, ਈਡੀ ਕਿਉਂ ਤੇ ਉਹਨੂੰ ਫੋਕਸ ਬਣਾਈ ਬੈਠੀ ਆ, ਕਿਉਂ ਉਹਨੂੰ ਟੌਰਚਰ ਕਰ ਰਹੀ ਆ? ਕਿਉਂਕਿ ਉਹ ਲੋਕਪ੍ਰਿਯ ਨੇਤਾ ਬਣ ਗਿਆ। ਤੁਸੀਂ ਕਿਹਨੂੰ ਲੋਕਪ੍ਰਿਯ ਮੰਨਦੇ ਹੋ, ਕੈਪਟਨ ਅਮਰਿੰਦਰ ਸਿੰਘ ਕਿ ਚਰਨਜੀਤ ਸਿੰਘ ਚੰਨੀ? ਅੱਜ ਦੀ ਡੇਟ 'ਚ ਚਰਨਜੀਤ ਸਿੰਘ ਚੰਨੀ ਆ। ਨਵਜੋਤ ਸਿੰਘ ਸਿੱਧੂ ਕਿ ਚਰਨਜੀਤ ਸਿੰਘ ਚੰਨੀ? ਚੰਨੀ। ਸਿੱਧੂ ਸਾਹਿਬ ਨੂੰ ਨਹੀਂ? ਨਹੀਂ, ਸਿੱਧੂ ਸਾਹਿਬ ਸਾਡੇ ਪਾਰਟੀ ਦੇ ਪ੍ਰਧਾਨ ਆ, ਸਤਿਕਾਰਯੋਗ ਆ। ਪਰ ਜਿਹੜੀ ਅੱਜ ਲੋਕਾਂ ਦੀ ਆਵਾਜ਼ ਆ, ਜੇ ਅਸੀਂ ਸਹੀ ਗੱਲ ਕਰਾਂਗੇ, ਚੈਨਲ ਤੇ ਬੈਠੇ ਆ, ਜੇ ਅਸੀਂ ਗਲਤ ਗੱਲ ਕਰਾਂਗੇ ਸਾਨੂੰ ਲੋਕ ਨਹੀਂ ਮਾਫ ਕਰਨਗੇ। ਜੇ ਸਹੀ ਗੱਲ ਕਰਨੀ ਤਾਂ ਅੱਜ ਲੋਕਾਂ ਦਾ ਲੋਕਪ੍ਰਿਯ ਨੇਤਾ ਚਰਨਜੀਤ ਸਿੰਘ ਚੰਨੀ ਆ। ਤੁਸੀਂ ਆਦਮਪੁਰ ਤੋਂ ਚਰਨਜੀਤ ਸਿੰਘ ਚੰਨੀ ਚੋਣਾਂ ਲੜਵਾਉਣਾ ਚਾਹੁੰਦੇ ਸਨ? ਤੁਸੀਂ ਗੱਲ ਕਹੀ ਚੰਨੀ ਸਾਹਿਬ ਨੂੰ? ਮੈਂ ਬਿਲਕੁਲ ਕਹੀ। ਮੈਂ ਚਾਹੁੰਦਾ ਸੀ ਉਹ ਲੜਨ, ਹੋਰ ਬਲ ਮਿਲੂ ਇੱਥੇ ਪਾਰਟੀ ਨੂੰ। ਜਿਹੜੀ ਚਰਨਜੀਤ ਸਿੰਘ, ਜੇ ਚੰਨੀ ਆਦਮਪੁਰ 'ਚ ਲੜ ਜਾਂਦੇ, ਫਿਰ ਤੁਹਾਨੂੰ ਲੱਗਦਾ ਸੀ ਜੋ ਦੁਆਬੇ ਦੀ ਵੋਟ ਹੈ, ਜੋ ਦਲਿਤਾਂ ਦੀ ਵੋਟ ਹੈ, ਦਲਿਤ ਭਾਈਚਾਰੇ ਦੀ ਵੋਟ ਹੈ, ਉਹ ਤੁਹਾਡੇ ਕੋਲ ਚਲੀ ਜਾਂਦੀ? ਅੱਜ ਵੀ ਸਾਡੇ ਕੋਲ ਆ। ਔਰ ਮੈਂ ਇਹ ਵੀ ਗੱਲ ਦਾਅਵੇ ਨਾਲ ਕਹਿਣਾ ਚਾਹੁੰਦਾ, ਇਹਨਾਂ ਦੇ ਏਜੰਡੇ ਕਿੱਥੇ ਗਏ? ਹੁਣ ਡਿਪਟੀ ਸੀਐਮ ਦਲਿਤ ਫਲਾਨਾ, ਆਪ ਕਹਿੰਦੀ ਫਲਾਨਾ ਦਲਿਤ ਦੇ ਦਾਂਗੇ। ਅੱਜ ਇਹਨਾਂ ਕੋਲ ਬੋਲਣ ਨੂੰ ਕੋਈ ਕਾਂਗਰਸ ਦੇ ਉਲਟ ਹੈ? ਕੋਈ ਐਵੇਂ ਦੂਸ਼ਣਬਾਜ਼ੀ ਤੋਂ ਬਗੈਰ ਜੇ ਗਰਾਊਂਡ ਲੈਵਲ 'ਤੇ ਦੇਖੀਏ ਕੋਈ ਹੈ ਇਹਨਾਂ ਕੋਲ ਅਸਲੀਅਤ? ਕਿਸੇ ਕੋ ਕੁਛ ਨਹੀਂ। ਇਹ ਕਾਂਗਰਸ ਪਾਰਟੀ ਸੈਕੂਲਰ ਹੈ, ਸਾਰਿਆਂ ਧਰਮਾਂ ਦਾ ਸਤਿਕਾਰ ਕਰਦੀ ਹੈ। ਕਾਂਗਰਸ ਪਾਰਟੀ ਨੇ ਜੇ ਅੱਜ ਦਲਿਤ ਚਿਹਰੇ ਨੂੰ ਦਿੱਤਾ, ਤਾਂ ਜਦੋਂ ਜਨਰਲ ਕੋਈ ਹੋਰ ਚਿਹਰੇ ਨੂੰ ਦਿੰਦੇ ਸੀ, ਕਾਂਗਰਸ ਪਾਰਟੀ ਮੁੱਖ ਮੰਤਰੀ ਬਣਾਉਂਦੀ ਸੀ, ਉਦੋਂ ਵੀ ਦਲਿਤਾਂ ਦੀ ਵੋਟ ਆਉਂਦੀ ਸੀ, ਤਾਂ ਹੀ ਬਣਦੇ ਸੀ। ਤਾਂ ਹੁਣੇ ਮੈਂ ਉਹਨਾਂ ਦਾ ਗੱਲਬਾਤ ਕਰਕੇ ਆਇਆ, ਖੁਦ ਇੰਟਰਵਿਊ 'ਚ ਕਹਿ ਰਹੇ ਸਨ ਕਿ ਇਸ ਤੋਂ ਪਹਿਲਾਂ ਕਿਸੇ ਸਿਆਸੀ ਪਾਰਟੀ ਦਾ ਨਾਮ ਨਹੀਂ ਲਿਆ, ਵੀ ਟਰੱਕ ਆ ਗਏ ਨੇ ਸ਼ਰਾਬ ਦੇ ਭਰ ਕੇ, ਮੈਂ ਦਿਖਾ ਸਕਦਾ ਕਿੱਥੇ ਹੈਗੇ ਨੇ ਕਿੱਥੇ ਨਹੀਂ ਹੈਗੇ, ਜਿਹੜੀਆਂ ਵੋਟਾਂ ਨੇ ਸ਼ਰਾਬ ਨਾਲ ਲਈਆਂ ਜਾਣਗੀਆਂ। ਕਿਸੇ ਪਾਰਟੀ ਦਾ ਨਾਮ ਨਹੀਂ ਲਿਆ ਉਹਨਾਂ ਨੇ। ਜੇ ਟਰੱਕ ਕਿੱਥੋਂ ਆ ਗਏ ਤਾਂ ਦਿਖਾ ਦੇਣੇ ਚਾਹੀਦੇ ਕਿਸੇ ਦੇ ਵੀ। ਦੇਖੋ, ਮੇਰੇ ਖਿਆਲ ਲੋਕ ਰਤਨ ਸਿੰਘ ਕਾਕੜਾ ਆਮ ਆਦਮੀ ਪਾਰਟੀ ਵੱਲੋਂ, ਸੰਯੁਕਤ ਸਮਾਜ ਵੱਲੋਂ ਨਹੀਂ ਹੈਗਾ। ਸੰਯੁਕਤ ਸਮਾਜ ਮੋਰਚਾ ਜਿਹੜਾ ਕਿਸਾਨਾਂ ਵਾਲਾ, ਉਧਰੋਂ ਜਗਤਾਰ ਸਿੰਘ ਚੰਦੀ ਉਹਨਾਂ ਨੇ ਗੱਲ ਕਹੀ ਹੈ। ਉਹ ਦੇਖੋ ਕਹਿ ਦੇਣਾ ਟਰੱਕ ਕਿਹਨੇ ਲਿਆਂਦੇ, ਇਹ ਤਾਂ ਹੁਣ ਜਿਹਨੇ ਲਿਆਂਦੇ ਹੋਣਗੇ ਉਹਨੂੰ ਪਤਾ ਹੋਊ। ਅਜੇ ਸਾਡੇ ਕੋਲ ਤਾਂ ਭਾਈ ਪੈਸੇ ਹੈ ਨਹੀਂ, ਅਸੀਂ ਤਾਂ ਲਿਆ ਨਹੀਂ ਸਕਦੇ। ਸਾਨੂੰ ਤਾਂ ਲੋਕਾਂ ਨੇ ਉੱਦਾਂ ਹੀ ਵੋਟ ਪਾ ਦੇਣੀ, ਪਿਆਰ ਉੱਦਾਂ ਹੀ ਕਰਦੇ ਆ।
ਕੀ ਮੰਨਦੇ ਹੋ ਜੋ ਕਾਂਗਰਸ ਇਸ ਸਮੇਂ ਦੀ ਹੁਣ ਆਪਾਂ ਚਰਚਾ ਕਰੀ 111 ਦਿਨ ਕੰਮ ਨੇ ਚੰਨੀ ਸਾਹਿਬ ਦੇ ਜੋ ਕਹਿੰਦੇ ਨੇ ਮੈਂ ਕੰਮ ਕੀਤੇ ਨੇ, ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਲੇ ਕਹਿੰਦੇ ਨੇ ਕਿ ਹੁਣ ਕੈਪਟਨ ਨੇ ਜੋ ਵੀ ਕੰਮ ਕੀਤੇ, ਜਾਂ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਵੀ ਪਹਿਲਾਂ ਉਸ ਦਾ ਹਿਸਾਬ ਹੋਣਾ ਚਾਹੀਦਾ ਹੈ, ਉਸ ਤੋਂ ਬਾਅਦ 111 ਦਿਨ ਦੀ ਗੱਲ ਹੋਣੀ ਚਾਹੀਦੀ ਹੈ। ਦੇਖੋ ਕਾਂਗਰਸ ਨੇ 5 ਸਾਲ ਦੀ ਟਰਨਓਵਰ 'ਚ ਤਾਂ ਕੰਮ ਕਰਤੇ। ਕੈਪਟਨ ਦਾ ਕਹਿੰਦੇ 4.5 ਸਾਲ ਤੁਸੀਂ ਛੱਡ ਦਿੰਦੇ ਹੋ ਤੇ 111 ਦਿਨ ਚੰਨੀ ਸਾਹਿਬ ਦੇ ਲੈ ਜਾਂਦੇ ਹੋ। ਬ੍ਰਦਰ ਇਹ ਨਹੀਂ ਗੱਲ, ਕਾਂਗਰਸ ਦੀ ਸੀ ਉਹ, ਕੈਪਟਨ ਸਾਹਿਬ ਘਰੋਂ ਤਾਂ ਨਹੀਂ ਸੀ, ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸੀ, ਹੋਰ ਕਿਸੇ ਪਾਰਟੀ ਦੇ ਮੁੱਖ ਮੰਤਰੀ ਤਾਂ ਨਹੀਂ ਸੀ। ਚਰਨਜੀਤ ਸਿੰਘ ਚੰਨੀ ਵੀ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਆ, ਕਾਂਗਰਸ ਪਾਰਟੀ ਨੇ ਬਣਾਇਆ, ਤੇ ਐਮਐਲਏ ਵੀ ਕਾਂਗਰਸ ਪਾਰਟੀ ਦੇ ਅਸੀਂ, ਤੇ ਕਾਂਗਰਸ ਪਾਰਟੀ ਨੇ ਕੰਮ ਕੀਤਾ। ਅੱਜ ਜੇ ਚਰਨਜੀਤ ਸਿੰਘ ਚੰਨੀ ਨੇ ਵੀ ਕੰਮ ਕੀਤਾ ਤਾਂ ਕਾਂਗਰਸ ਪਾਰਟੀ ਲਈ ਕੀਤਾ। ਜੇ ਮੈਂ ਕੰਮ ਕੀਤੇ ਆ ਹਲਕੇ 'ਚ, ਮੈਂ ਆਪਣੇ ਘਰ ਲਈ ਨਹੀਂ ਕੀਤੇ, ਮੈਂ ਕਾਂਗਰਸ ਪਾਰਟੀ ਦੇ ਵਰਕਰ ਲਈ ਤੇ ਹਲਕੇ ਲਈ ਡਿਵੈਲਪਮੈਂਟ ਲਈ ਕੀਤੇ ਆ, ਵੀ ਜਿਹੜੇ ਵਰਕਰਾਂ ਦੀ ਸੋਚ ਸੀ ਉਹਦੇ ਤੇ ਪਹਿਰਾ ਦਿੱਤਾ। ਜੇ ਕੈਪਟਨ ਸਾਹਿਬ ਨੂੰ ਜੇ ਪਾਰਟੀ ਨਾ ਛੱਡਦੇ, ਕੈਪਟਨ ਸਾਹਿਬ ਇਸੇ ਪਾਰਟੀ ਵਿੱਚ ਹੁੰਦੇ, ਕਾਂਗਰਸ ਪਾਰਟੀ 'ਚ, ਜੇ ਸੀਐਮ ਦਾ ਚਿਹਰਾ ਅਨਾਉਂਸਮੈਂਟ ਕਰ ਦਿੰਦੇ, ਜਿੱਤ ਜਾਂਦੀ ਕਾਂਗਰਸ? ਇਹਦਾ ਸਵਾਲ ਤਾਂ ਪਬਲਿਕ ਨੇ ਦੇਣਾ, ਜਿਹੜਾ ਜਵਾਬ ਹੈ ਪਬਲਿਕ ਨੇ ਦੇਣਾ ਇਸ ਸਵਾਲ ਦਾ ਜਵਾਬ। ਲੋਕ ਕੀ ਉਦੋਂ ਬੋਲਦੇ, ਉਹਨਾਂ ਦੇ ਆਉਣ ਨਾਲ ਕੀ ਲੋਕ ਬੋਲਦੇ, ਇਹ ਤਾਂ ਪਬਲਿਕ ਸਾਡੇ ਨਾਲੋਂ ਜ਼ਿਆਦਾ ਸਮਝਦਾਰ ਆ, ਸਿਆਣੀ ਆ। ਪਬਲਿਕ ਨੇ ਹਰ ਗੱਲ ਦਾ ਤਰਜਮਾ ਕੱਢਿਆ ਹੁੰਦਾ, ਸੋ ਲੋਕ ਬਹੁਤ ਸਿਆਣੇ ਆ, ਇਹਨਾਂ ਦਾ ਜਿੰਨਾ ਵੀ ਸਤਿਕਾਰ ਕਰੀਏ ਥੋੜ੍ਹਾ। ਹੁਣ ਅਲੱਗ-ਅਲੱਗ ਉਮੀਦਵਾਰਾਂ ਕੋਲ ਵੀ ਜਾ ਕੇ ਆਇਆ, ਉਹ ਜਿਵੇਂ ਹੁਣ ਗੱਲ ਕਰ ਰਹੇ ਸੀ ਕਿ ਸਾਨੂੰ ਇਸ ਸਮੇਂ ਸੜਕਾਂ ਦਾ ਵਿਕਾਸ ਨਹੀਂ, ਐਜੂਕੇਸ਼ਨ ਦੀ ਗੱਲ ਹੋਣੀ ਚਾਹੀਦੀ ਹੈ, ਹਸਪਤਾਲ ਦੀ ਗੱਲ ਹੋਣੀ ਚਾਹੀਦੀ ਹੈ। ਤੁਸੀਂ ਵੀ ਜ਼ਿਕਰ ਕਰਦੇ ਹੋ ਹਸਪਤਾਲ ਦਾ ਵੀ, ਅਗਲਾ ਤੁਹਾਡਾ ਜਿਹੜਾ ਟੀਚਾ ਹਸਪਤਾਲ ਦਾ ਹੈਗਾ, ਹਸਪਤਾਲ ਦੀ ਕਮੀ ਹੈਗੀ ਹੈ ਸ਼ਾਹਕੋਟ ਦੇ ਵਿੱਚ। ਫਿਰ 4 ਸਾਲ ਤੋਂ ਤੁਸੀਂ ਕੁਝ ਕੀਤਾ ਹਸਪਤਾਲ ਨੂੰ ਲੈ ਕੇ ਜਾਂ ਐਜੂਕੇਸ਼ਨ ਨੂੰ ਲੈ ਕੇ? ਐਜੂਕੇਸ਼ਨ ਦੀ ਗੱਲ ਉੱਠੀ ਸੀ 2017 'ਚ, ਜਦੋਂ ਸਾਡੇ ਬਜ਼ੁਰਗਾਂ ਨੂੰ ਮੌਕਾ ਮਿਲਿਆ, ਉਦੋਂ ਨਕੋਦਰ ਕਾਲਜ ਬਣਾਏ ਸੀ, ਗੁਰੂ ਨਾਨਕ ਨੈਸ਼ਨਲ ਕਾਲਜ ਤੇ ਡੀਏਵੀ ਕਾਲਜ ਉਹਨਾਂ ਦੇ ਦੇਣ ਆ। 10 ਨੂੰ ਮੌਕਾ ਮਿਲਿਆ ਤਾਂ 2017 'ਚ ਸ਼ਾਹਕੋਟ ਕਾਲਜ ਬਣਾ ਕੇ ਚਾਲੂ ਕਰਤਾ, ਕਲਾਸਾਂ ਸ਼ੁਰੂ ਹੋ ਗਈਆਂ। ਠੀਕ ਆ, ਐਡਮਿਸ਼ਨ ਅਜੇ ਘੱਟ ਆ, ਕੋਵਿਡ ਦਾ ਕਰਕੇ ਸਾਡੀ ਬੱਚੇ ਡਿਸਟਰਬ ਹੋਏ ਆ। ਸਕੂਲਾਂ ਨੂੰ ਅਪਗ੍ਰੇਡ ਕਰਨ ਦੀ ਲੋੜ ਸੀ, ਅਪਗ੍ਰੇਡ ਕਰ ਦਿੱਤੇ। ਜਿਹੜੇ ਲੋਕ ਗੱਲਾਂ ਕਰਦੇ ਆ, ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ, ਸ਼ਾਹਕੋਟ 'ਚ +2 ਦਾ ਸਕੂਲ ਤਾਂ ਬਣਾ ਨਾ ਪਾਏ, ਕਾਲਜ ਕੀ ਬਣਾਉਣਾ ਸੀ? ਕੋਹਾੜਾ ਸਾਹਿਬ ਨੇ ਨਹੀਂ ਬਣਾਏ? ਨਹੀਂ ਬਣਾਏ। ਲੜਕੇ ਤੁਸੀਂ ਮੰਨੋਗੇ ਸਬ ਡਿਵੀਜ਼ਨ ਹੋਵੇ ਸ਼ਾਹਕੋਟ ਦੇ ਵਿੱਚ ਤੇ ਕੋਈ 30,000 ਦੀ ਪਾਪੂਲੇਸ਼ਨ ਹੋਵੇ, 8ਵੀਂ ਦਾ ਮੁੰਡਿਆਂ ਦਾ ਸਕੂਲ ਤੇ 10ਵੀਂ ਦਾ ਕੁੜੀਆਂ ਦਾ ਸਕੂਲ ਸੀ। ਹੁਣ ਮੈਂ ਕੋ ਐਜੂਕੇਸ਼ਨ ਕਰਕੇ +2 ਕੀਤਾ, ਅਪਗ੍ਰੇਡ ਕਰਾਇਆ ਔਰ ਬਿਲਡਿੰਗ ਲਈ ਪੈਸੇ ਦਿੱਤੇ, ਬਿਲਡਿੰਗ ਬਣਨੀ ਸ਼ੁਰੂ ਹੋ ਰਹੀ ਹੈ। ਹੁਣ ਮੈਂ ਮਾਈਨਿੰਗ ਦੀ ਗੱਲ ਤੇ ਆ ਜਾਣਾ, ਜੋ ਪਹਿਲਾਂ ਸਵਾਲ ਕੀਤਾ ਸੀ, ਮਾਈਨਿੰਗ ਨੂੰ ਲੈ ਕੇ ਹਲਕੇ 'ਚ ਬਹੁਤ ਚਰਚਾ ਹੈ। ਹੁਣ ਜਿਸ ਤਰੀਕੇ ਨਾਲ ਗੱਲਬਾਤ ਹੋਈ, ਬਾਕੀ ਉਮੀਦਵਾਰਾਂ ਨਾਲ ਵੀ ਗੱਲ ਕਹਿਣ ਲੱਗ ਪਏ ਵੀ ਜੇ ਤੁਸੀਂ ਐਮਐਲਏ ਚੁਣੇ ਗਏ ਇੱਥੋਂ ਦੀ ਜਾ ਕੇ 2019 ਦੇ ਵਿੱਚ ਹੜ੍ਹ ਵੀ ਆ ਜਾਂਦੇ ਨੇ, ਉਹ ਸਾਰਾ ਜ਼ਿੰਮੇਵਾਰ ਤੁਹਾਨੂੰ ਕਹਿੰਦੇ ਨੇ ਵੀ ਇਹਨਾਂ ਦੀ ਜ਼ਿੰਮੇਵਾਰੀ ਸੀ, ਰੇਤਾ ਉੱਥੋਂ ਚੱਲਦਾ ਰਿਹਾ, ਮਾਈਨਿੰਗ ਹੁੰਦੀ ਰਹੀ, ਜੇ ਉਹ ਨਾ ਹੁੰਦਾ ਤਾਂ ਸ਼ਾਇਦ ਹੜ੍ਹ ਵੀ ਨਾ ਆਉਂਦੇ। ਜਿਹੜੀ ਮਾਈਨਿੰਗ ਦੀ ਗੱਲ ਤੁਸੀਂ ਕਹਿੰਦੇ ਆ ਵੀ ਨਜਾਇਜ਼ ਮਾਈਨਿੰਗ, ਜਿਹੜੇ ਲੋਕ ਕਹਿੰਦੇ ਪਹਿਲਾਂ ਉਹਨਾਂ ਨੂੰ ਤਾਂ ਪੁੱਛ ਲਓ ਵੀ ਤੁਸੀਂ ਕਿੱਥੇ ਖੜੇ ਆ, ਤੁਹਾਡੇ ਅੱਜ ਸ਼ੈਲਰ ਕਿੱਥੋਂ ਬਣ ਗਏ, ਤੁਹਾਡੇ ਕੋਲਡ ਸਟੋਰ ਕਿੱਥੋਂ ਬਣ ਗਏ, ਸ਼ਹਿਰ ਦੀਆਂ ਕਮਰਸ਼ੀਅਲ ਪ੍ਰਾਪਰਟੀਆਂ ਕਿੱਥੋਂ ਆ ਗਈਆਂ, ਤੁਹਾਡੀਆਂ ਕੋਠੀਆਂ ਪਿੰਡ ਫਾਰਮ ਹਾਊਸ 'ਤੇ ਤੁਸੀਂ ਕਿੱਥੋਂ ਕੋਠੀ ਬਣਾ ਲਈ, ਤੁਸੀਂ ਚੰਡੀਗੜ੍ਹ ਕੋਠੀ ਕਿੱਥੋਂ ਬਣਾ ਲਈ, ਅਤੇ ਕਿੰਨੇ ਸੌ ਕਿੱਲਾ ਜ਼ਮੀਨ ਆ, ਇਹ ਕਿੱਥੋਂ ਆ ਗਏ ਪੈਸੇ? ਇੱਕ 15-16 ਕਿੱਲੇ ਦਾ ਮਾਲਕ ਸੀ, ਮੈਂ ਤਾਂ ਫਿਰ ਖਾਨਦਾਨੀ ਆ, ਮੈਂ ਫਿਰ ਉਸ ਪਰਿਵਾਰ ਦਾ ਵਾਰਸ ਹਾਂ ਜਦੋਂ ਮੈਂ ਜਨਮ ਲਿਆ ਉਦੋਂ 400-500 ਕਿੱਲਾ ਜ਼ਮੀਨ ਸੀ ਸਾਡੀ। ਸੋ ਇਸ ਕਰਕੇ ਇਹ ਚੀਜ਼ਾਂ ਕਹਿਣ ਨੂੰ ਹੋਰ ਤੇ ਕਰਨ ਨੂੰ ਕੁਛ ਹੋ ਰਿਹਾ। ਜਿਨ੍ਹਾਂ ਲੋਕਾਂ ਨੇ ਕੀਤੀ ਆ ਉਹਨਾਂ ਨੂੰ ਵਾਰ-ਵਾਰ ਇਹ ਚੇਤਾ ਆ ਰਿਹਾ, ਵਾਰ-ਵਾਰ ਚੇਤਾ ਆ ਰਿਹਾ, ਅਸੀਂ ਕੀਤੀ ਨਹੀਂ, ਸਾਨੂੰ ਕੋਈ ਚੇਤਾ ਨਹੀਂ, ਕਿਉਂਕਿ ਅਸੀਂ ਨਿਸ਼ਕਾਮ ਸੇਵਾ ਕੀਤੀ ਹੈ। ਹੁਣ ਵੋਟ ਦੀ ਗੱਲ ਆ ਜਾਂਦੀ ਹੈ, ਲੋਕਾਂ ਨੇ ਵੋਟ ਦੇਣੀ ਹੈ, ਕਿਸ ਨੂੰ ਦਿੰਦੇ ਨੇ ਕਿਸ ਨੂੰ ਨਹੀਂ ਦਿੰਦੇ ਲੋਕਾਂ ਨੂੰ ਪਤਾ ਹੈ। ਸਵਾਲ ਹੈ ਕਿ ਕਿਹੜੇ ਇਹੋ ਜਿਹੇ ਕੰਮ ਤੁਸੀਂ ਕੀਤੇ ਨੇ ਜਿਸ ਕਰਕੇ ਲੋਕਾਂ ਦੀ ਵੋਟ ਤੁਹਾਨੂੰ ਜਾਵੇ? ਮੈਂ ਲੋਕਾਂ ਨਾਲ ਸੱਚ ਬੋਲਿਆ, ਝੂਠ ਬੋਲ ਕੇ ਸਿਆਸਤ ਨਹੀਂ ਕੀਤੀ। ਮੇਰੇ ਪਰਿਵਾਰਾਂ ਨੂੰ ਪਤਾ, ਸਾਰਿਆਂ ਨੂੰ, ਲੋਕ ਮੇਰਾ ਜਿਹੜਾ ਸ਼ਾਹਕੋਟ ਹਲਕਾ ਮੇਰਾ ਪਰਿਵਾਰ ਆ, ਮੈਂ ਆਪਣੀ ਸਾਰੀ ਰਿਸ਼ਤੇਦਾਰੀ ਛੱਡ ਦਿੱਤੀ, ਮੈਂ ਆਪਣਾ ਪਰਿਵਾਰ ਛੱਡ ਦਿੱਤਾ, ਮੇਰੇ ਲਈ ਉਹ ਹੀ ਮੇਰਾ ਪਰਿਵਾਰ ਆ, ਉਹ ਹੀ ਮੇਰੇ ਰਿਸ਼ਤੇਦਾਰ ਆ। ਸੋ ਇਸ ਕਰਕੇ ਸ਼ਾਹਕੋਟ ਹਲਕੇ ਦੇ ਲੋਕਾਂ ਨੇ
ਨੂੰ ਪਤਾ ਵੀ ਇਹਨੇ ਸਾਡੇ ਨਾਲ ਜਿੰਨਾ ਪਿਆਰ ਕੀਤਾ, ਜੋ ਇਹਨੇ ਕੰਮ ਕੀਤੇ, ਉਹ ਮੈਨੂੰ ਬਾਹਲਾ ਦੱਸਣ ਦੀ ਲੋੜ ਨਹੀਂ। ਲੋਕਾਂ ਨਾਲ ਮੈਂ ਇੱਕੋ ਹੀ ਗੱਲ ਸੀ ਵੀ ਧੱਕਾ ਨਹੀਂ ਹੋਣ ਦਿੱਤਾ, ਨਜਾਇਜ਼ ਪਰਚਾ ਨਹੀਂ ਕੋਈ ਹੋਣ ਦਿੱਤਾ, ਭਰਾ ਨੂੰ ਭਰਾ ਨਾਲ ਨਹੀਂ ਲੜਾਇਆ ਜਿਹੜਾ ਕਿ ਪਿਛਲੇ ਸਮੇਂ 'ਚ ਇਹ ਹੋ ਰਿਹਾ ਸੀ, ਉਹਨੂੰ ਬੰਦ ਕੀਤਾ, ਭਰਾਵਾਂ ਦੇ ਸਿਰ ਜੋੜੇ, ਬਹਿ ਕੇ ਰਾਜੀਨਾਮੇ ਕਰਾਏ, ਆਪਣਾ ਟਾਈਮ ਬਹੁਤ ਵੇਸਟ ਕੀਤਾ। ਪਰ ਉਹਦੇ 'ਚ ਮੈਨੂੰ ਇਸ ਗੱਲ ਦੀ ਅੱਜ ਖੁਸ਼ੀ ਆ, ਮੈਨੂੰ ਉਸ ਗੱਲ ਦੀ ਸੋਭਾ ਵੀ ਮਿਲ ਰਹੀ ਆ। ਕੁਹਾਰ ਸਾਹਿਬ ਦੇ ਹੁਣ ਖੁਦ ਪੁੱਤ ਹੈ ਜੀ ਜੋ ਪਹਿਲੀ ਵਾਰ ਚੋਣ ਲੜਦੇ ਨੇ, ਬਚਿੱਤਰ ਸਿੰਘ, ਕਿਵੇਂ ਟੱਕਰ ਦੋਗੇ ਉਹਨਾਂ ਨੂੰ? ਕਿਉਂਕਿ ਉਹ ਮੈਂ ਜਦੋਂ ਹੁਣ ਗੱਲਬਾਤ ਕਰਦੇ ਸੀ ਤੇ ਕਹਿ ਰਹੇ ਸੀ ਕਿ ਮੈਂ ਤਾਂ ਪਿੰਡ ਪਿੰਡ ਘੁੰਮੂੰਗਾ ਜਾ ਕੇ, ਮੇਰਾ ਇੱਕੋ ਟੀਚਾ ਮੈਂ ਲੋਕਾਂ ਨਾਲ ਮਿਲੂੰਗਾ, ਪਿੰਡ ਘੁੰਮ ਵੀ ਰਹੇ ਸੀ ਜਾ ਕੇ ਉੱਥੇ। ਹੁਣ ਕਿਵੇਂ ਟੱਕਰ ਦੋਗੇ? ਪਹਿਲੇ ਪਿਤਾ ਜੀ ਉਹਨਾਂ ਦੇ ਹਾਰ ਗਏ ਸੀ, ਹੁਣ ਪੁੱਤ ਹੈ ਮੈਦਾਨ 'ਚ। ਪਿੰਡ ਘੁੰਮਦਾ ਮੂੰਹ ਨਹੀਂ ਕੋਈ ਲਾ ਰਿਹਾ, ਪਿੰਡ 'ਚ ਜਾਣੋ ਤਾਂ ਕੋਈ ਡਿਨਾਈ ਨਹੀਂ ਕਰੂਗਾ। ਇਹ ਨਹੀਂ ਗੱਲ, ਜੇ ਉੱਥੇ 500 ਵੋਟ ਦਾ ਪਿੰਡ ਆ, ਉਹ 'ਚ 10 20 50 ਵੋਟਾਂ ਜ਼ਰੂਰ ਅਕਾਲੀ ਦਲ ਦੀਆਂ ਹੋਣਗੀਆਂ। ਪਿੰਡ ਜਾਣੋ ਕੋਈ ਚਾਹ ਪਿਲਾਊਗਾ, ਕੋਈ ਸੇਵਾ ਕਰੂਗਾ, ਪਰ ਵੋਟ ਨਹੀਂ ਲੋਕ ਪਾਉਣਗੇ। ਵੋਟ ਤਾਂ ਹਰਦੇਵ ਸਿੰਘ ਲਾਡੀ ਨੂੰ ਪਾਉਣਗੇ, ਜਿਨ੍ਹਾਂ ਨੇ ਲੋਕਾਂ ਨਾਲ ਪਿਆਰ ਕੀਤਾ ਤੇ ਲੋਕ ਉਹਦੇ ਨਾਲ ਪਿਆਰ ਕਰਦੇ ਆ। ਜੇ ਪਿਤਾ ਜੀ ਨਹੀਂ ਜਿੱਤ ਪਾਏ ਤਾਂ ਪੁੱਤ ਹੁਣ ਕਹਿ ਦੇਗੇ ਮੈਂ ਜਿੱਤੂੰਗਾ। ਕਹਿਣ ਨੂੰ ਤਾਂ ਕੀ ਆ, ਇਹ ਤਾਂ ਫੈਸਲਾ 20 ਫਰਵਰੀ ਨੂੰ ਲੋਕਾਂ ਨੇ ਕਰ ਦੇਣਾ ਤੇ 10 ਮਾਰਚ ਨੂੰ ਰਿਜ਼ਲਟ ਆ ਜਾਣਾ, ਸਾਹਮਣੇ ਹੋਣਾ, ਤੁਸੀਂ ਵੀ ਇੱਥੇ ਹੋਣਾ, ਮੈਂ ਵੀ ਇੱਥੇ ਹੋਣਾ। ਸੋ ਇਹ ਗੱਲਾਂ ਪਿੰਡ ਪਿੰਡ ਅਸੀਂ ਵੀ ਅੱਜ ਮੈਂ 30 ਪਿੰਡਾਂ ਦੀ ਮੀਟਿੰਗ ਕਰਕੇ ਆਇਆ। ਸਵੇਰੇ ਤੋਂ ਤੁਰਿਆ, ਪਹਿਲਾਂ ਹੋਰ ਪਰਿਵਾਰਾਂ 'ਚ ਗਿਆ, ਉਸ ਤੋਂ ਬਾਅਦ ਮੈਂ 13 ਪਿੰਡਾਂ ਦੀ ਇੱਕ ਜਗ੍ਹਾ 'ਤੇ ਕੀਤੀ, ਭਰਜੀ ਸਭਾ ਅਟੈਂਡ ਕਰਕੇ ਆਇਆ। ਠੀਕ ਆ, ਸਾਨੂੰ ਚੋਣ ਜਿਹੜਾ ਹੈਗਾ ਕੋਵਿਡ ਦਾ ਕਰਕੇ ਸਾਡੀਆਂ ਜਿਹੜੀਆਂ ਗਾਈਡਲਾਈਨਸ ਹੈ, ਸਾਡੀਆਂ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਅਸੀਂ ਕਰ ਸਕਦੇ। ਅਸੀਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖ ਕੇ ਕੰਮ ਕਰ ਰਹੇ ਹਾਂ। ਹੁਣ ਅਸੀਂ ਪਹਿਲਾਂ ਇੱਕ ਵਰਕਰ ਮੀਟਿੰਗ ਕਰ ਰਹੇ ਹਾਂ ਓਨਲੀ, ਜਿਹੜੇ ਆਪਣੇ ਐਕਟਿਵ ਵਰਕਰ, ਸਰਪੰਚ, ਬਲਾਕ ਸੰਮਤੀ ਮੈਂਬਰ ਜਾਂ ਜਿਹੜੇ ਸਾਡੇ ਐਕਟਿਵ ਵਰਕਰ ਆ, ਉਹਨਾਂ ਨੂੰ ਸੱਦ ਕੇ ਅੱਜ ਪਹਿਲੇ ਦਿਨ ਆਗਾਜ਼ ਕੀਤਾ, ਬਿਗਲ ਵਜਾਇਆ ਇਲੈਕਸ਼ਨ ਦਾ। 30 ਪਿੰਡਾਂ ਦੀ ਮੀਟਿੰਗ ਕੀਤੀ, 2 ਜਗ੍ਹਾ 'ਤੇ ਅੱਡ ਅੱਡ ਸੱਦ ਕੇ, ਔਰ ਉਹਨਾਂ ਨੂੰ ਸੁਚੇਤ ਕਰਤਾ ਵੀ ਅੱਜ ਤੋਂ ਕਮਰ ਕੱਸ ਕੇ ਵੱਢ ਜੋ ਖੁੱਡਾਂ 'ਚ, ਹੁਣ ਕਰੋ ਕੰਮ ਜਿਹੜਾ ਤਕੜੇ ਹੋ ਕੇ। ਉਹੋ ਹੀ ਸਰਦਾਰ ਹੋਊ ਜਿਹੜਾ ਜਿੱਤ ਕੇ ਆਊਗਾ। ਸੋ ਉਹੋ ਹੀ ਵਧੀਆ ਜਗ੍ਹਾ 'ਤੇ ਪਹੁੰਚੂਗਾ ਜਿਹੜਾ ਜਿੱਤ ਕੇ ਆਊਗਾ। ਦੂਜੀ ਗੱਲ, ਆ 2-3 ਦਿਨਾਂ 'ਚ ਸਾਰਾ ਹਲਕਾ ਕਵਰ ਕਰ ਦੇਣਾ, ਅਤੇ ਫਿਰ ਉਸ ਤੋਂ ਬਾਅਦ ਮੇਰਾ ਪ੍ਰੋਗਰਾਮ ਹਰ ਪਿੰਡ ਦੇ ਵਿੱਚ ਜਾਣ ਦਾ। ਮੈਂ ਪਹਿਲਾਂ ਵੀ ਪਿੰਡਾਂ 'ਚ ਹੀ ਰਹਿਣਾ, ਮੈਂ ਐਬਸੈਂਟ ਨਹੀਂ ਹੁੰਦਾ। ਮੈਂ ਚੋਣ ਜ਼ਾਬਤੇ ਤੋਂ ਪਹਿਲਾਂ ਵੀ ਪਿੰਡਾਂ ਦੇ ਵਿੱਚ ਮੈਂ ਉਦਘਾਟਨ ਕੀਤੇ ਕੰਮਾਂ ਦੇ, ਕੋਈ ਨੀਂਹ ਪੱਥਰ ਰੱਖੇ, ਸਾਰਾ ਕੰਮ ਕਰਦੇ ਰਹੇ ਹਾਂ, ਔਰ ਇਕੱਠਾਂ ਨੂੰ ਸੰਬੋਧਨ ਕਰਦੇ ਰਹੇ ਹਾਂ। ਹੁਣ ਅਸੀਂ ਸਾਰਾ ਆਪਣੀ ਸਟ੍ਰੈਟਜੀ ਬਣਾ ਲਈ ਆ, ਰੋਜ਼ ਦੇ ਪ੍ਰੋਗਰਾਮ ਲਿਖੇ ਗਏ ਆ, ਔਰ 10-12 ਪਿੰਡਾਂ 'ਚ ਰੋਜ਼ ਜਾਇਆ ਕਰਾਂਗੇ। 12 ਪਿੰਡਾਂ 'ਚ 234 ਪਿੰਡ ਅਸੀਂ 15-16 ਦਿਨਾਂ 'ਚ ਕੰਪਲੀਟ ਕਰ ਲੈਣੇ। ਰਤਨ ਸਿੰਘ ਕਹਿੰਦੇ ਨੇ ਕਿ 10 ਮਾਰਚ ਨੂੰ ਮੈਂ ਫੋਨ ਕਰੂੰਗਾ ਕਿ ਮੈਂ ਜਿੱਤ ਗਿਆ ਸ਼ਾਹਕੋਟ ਤੋਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕਹਿੰਦੇ ਨੇ। ਕਹਿਣਾ ਤਾਂ ਅਗਲੇ ਨੇ ਆਪਣੀ ਜ਼ੁਬਾਨ ਨਾਲ ਕਿਹਾ, ਫੈਸਲਾ ਤਾਂ ਲੋਕਾਂ ਨੇ ਦੇਣਾ। ਕਹਿਣ 'ਚ ਤਾਂ ਕੋਈ ਹਰਜ ਨਹੀਂ। ਬੜੇ ਤੁਸੀਂ ਕੌਨਫੀਡੈਂਸ ਬਹੁਤ ਤੁਹਾਡੇ 'ਚ ਵੀ, ਤੁਸੀਂ ਕਹਿੰਦੇ ਵੀ ਜਿੱਤ ਜਾਗੇ। ਹਾਂ ਚਲੋ, ਹਰ ਇੱਕ ਉਮੀਦਵਾਰ ਕਹਿੰਦਾ ਵੀ ਜਿੱਤ ਜੂਗਾ, ਪਰ ਜਿਸ ਤਰੀਕੇ ਨਾਲ ਤੁਹਾਡਾ ਕੌਨਫੀਡੈਂਸ ਹੈ, ਤੁਸੀਂ ਕਹਿੰਦੇ ਕਿ ਤੁਸੀਂ ਜਿੱਤ ਜਾਓਗੇ। ਮੈਂ ਬ੍ਰਦਰ ਲੋਕਾਂ ਨਾਲ ਜੁੜਿਆ। ਇਹ ਕੌਨਫੀਡੈਂਸ ਹੁੰਦਾ ਵੀ ਇੱਕ ਸਿਆਸਤ ਵਿੱਚ ਪਾਰਟੀ ਕਾਂਗਰਸ ਰਹੀ ਹੈ, ਵੀ ਉੱਥੋਂ ਟਿਕਟ ਮਿਲ ਜਾਂਦੀ ਹੈ ਤਾਂ ਥੋੜਾ ਸੌਖਾ ਹੋ ਜਾਂਦਾ ਅੱਗੇ ਚੱਲਣਾ, ਵੀ ਹਾਂ ਦੁਬਾਰਾ ਪਾਰਟੀ ਆ ਜਾਊਗੀ ਸੱਤਾ ਵਿੱਚ। ਨਹੀਂ, ਇਹ ਕੌਨਫੀਡੈਂਸ ਹੁੰਦਾ ਨਹੀਂ। ਦੇਖੋ, ਹਰ ਬੰਦਾ ਕੌਨਫੀਡੈਂਸ ਲੈ ਕੇ ਚੱਲਦਾ। ਪਾਰਟੀ ਦੀ ਜਿੱਥੇ ਗੱਲ ਹੈ, ਪਾਰਟੀ ਦੀ ਸੁੱਖ ਮੰਗੀ ਦੀ ਆ ਵੀ ਜੇ ਅਸੀਂ MLA ਬਣਾਂਗੇ, ਪਾਰਟੀ ਵੀ ਜਿੱਤਣੀ ਚਾਹੀਦੀ ਹੈ ਨਾਲ, ਤਾਂ ਹੀ ਸਰਕਾਰ ਬਣੂਗੀ। ਤਾਂ ਸਾਡੇ MLA ਬਣਦਾ, ਹੋਰ ਬਲ ਮਿਲਦਾ, ਉਹਦੇ ਇਲਾਕੇ ਦੇ ਵਿੱਚ ਹੋਰ ਜ਼ਿੰਮੇਵਾਰੀਆਂ ਜਿਹੜੀਆਂ ਰਹਿੰਦੀਆਂ ਉਹ ਨਿਭਾਈਆਂ ਜਾਂਦੀਆਂ। ਜੇ MLA ਬਣ ਜਾਂਦੇ ਹੋ, ਜੇ ਕੱਲ੍ਹ ਨੂੰ ਵੋਟ ਕਰਨੀ ਪੈ ਜਾਵੇ CM ਦੇ ਚਿਹਰੇ ਨੂੰ ਲੈ ਕੇ, ਕਿਹਨੂੰ ਵੋਟ ਕਰਨਗੇ, ਚੰਨੀ ਸਾਹਿਬ ਕਿ ਸਿੱਧੂ ਸਾਹਿਬ? ਨਹੀਂ, ਇਹ ਇੱਥੇ ਵੋਟਿੰਗ ਦੀ ਗੱਲ ਨਹੀਂ ਹੁੰਦੀ, ਕਦੀ ਵੀ ਕਾਂਗਰਸ ਪਾਰਟੀ 'ਚ ਤਾਂ ਵੋਟਿੰਗ ਨਹੀਂ ਹੋਈ। ਜੇ ਤੁਹਾਡੀ ਚੋਇਸ ਹੋਈ ਹੈ MLA ਤੌਰ ਤੇ, ਉਹ ਫਿਰ ਅਸੀਂ ਆਪਣੀ ਹਾਈ ਕਮਾਂਡ ਨੂੰ ਦੱਸਾਂਗੇ ਆਪਣੀ ਚੋਇਸ। ਅਸੀਂ ਤਾਂ ਵੋਟਿੰਗ ਫਿਰ ਤੁਹਾਡੀ ਨਿੱਜੀ ਚੋਇਸ ਕੀ ਹੈ? ਸਿੱਧੂ ਕਿ ਜਿਹੜਾ ਪੰਜਾਬ ਦਾ ਲੋਕਪ੍ਰਿਯ ਨੇਤਾ ਉਹਨੂੰ ਉਹ ਲੋਕਾਂ ਦੀ ਆਵਾਜ਼ ਤੇ ਫੈਸਲਾ ਦੇ ਦਾਂਗੇ। ਸਾਨੂੰ ਲੋਕਾਂ ਨੇ MLA ਬਣਾਉਣਾ, ਅਸੀਂ ਆਪ ਘਰੋਂ ਤਾਂ ਨਹੀਂ ਬਣ ਕੇ ਜਾਣਾ। ਕਾਂਗਰਸ ਪਾਰਟੀ ਦੀ ਟਿਕਟ ਤੇ ਲੜ ਰਹੇ ਹਾਂ, ਲੋਕਾਂ ਨੇ ਫੈਸਲਾ ਕਰਨਾ ਨਾ, ਉਹਨਾਂ ਨੇ MLA ਬਣਾਉਣਾ। ਤਾਂ ਜੋ ਸਾਨੂੰ ਲੋਕ ਕਹਿਣਗੇ, ਅਸੀਂ ਉਹ ਜਾ ਕੇ ਹਾਈ ਕਮਾਂਡ ਨੂੰ ਸੁਨੇਹਾ ਦੇ ਦਾਂਗੇ ਵੀ ਆਹ ਲੋਕ ਸਾਡੇ ਲੋਕ ਕਹਿੰਦੇ ਇਹਨੂੰ ਬਣਾਉਣਾ ਜੀ ਮੁੱਖ ਮੰਤਰੀ। ਸਿੱਧੂ ਸਾਹਿਬ ਇਹ ਕਹਿੰਦੇ ਨੇ ਪ੍ਰੈਸ ਕਾਨਫਰੰਸ 'ਚ, ਕੁਝ ਦਿਨ ਪਹਿਲਾਂ ਵੀ ਕਹਿ ਰਹੇ ਸੀ ਕਿ ਜੋ CM ਹੈ ਉਹ ਲੋਕਾਂ ਨੇ ਬਣਾਉਣਾ, ਨਾ ਕਿ ਹਾਈ ਕਮਾਂਡ ਨੇ। ਨਾ, ਲੋਕਾਂ ਨੇ MLA ਬਣਾਉਣੇ, MLA ਨੂੰ ਸੁਨੇਹਾ ਦੇਣਾ ਵੀ ਅਸੀਂ ਇਸ ਬੰਦੇ ਦੇ ਕਰਕੇ ਵੋਟਿੰਗ ਕੀਤੀ ਹੈ, MLA ਦੇ ਦੂ ਹਾਈ ਕਮਾਂਡ ਨੂੰ ਸੁਨੇਹਾ। ਸਭ ਇੱਕ ਆਖਰੀ ਸਵਾਲ ਹੈ ਕਿ
ਪੰਜ ਪਾਰਟੀਆਂ ਦਾ ਮੈਂ ਜ਼ਿਕਰ ਕੀਤਾ ਤੁਹਾਨੂੰ, ਪੰਜ ਪਾਰਟੀਆਂ ਨੇ ਇਸ ਸਮੇਂ। ਹੁੰਦਾ ਪਹਿਲੇ ਦੋ ਪਾਰਟੀਆਂ ਹੁੰਦੀਆਂ ਸੀ, ਉਦੋਂ ਹੁੰਦਾ ਸੀ ਇੱਕ ਪਾਰਟੀ ਦੇ ਲਈ ਬੋਲਣਾ। ਹੁਣ ਔਖਾ ਹੋ ਜਾਂਦਾ ਵੀ ਚਾਰ ਪਾਰਟੀਆਂ ਦੇ ਖਿਲਾਫ ਬੋਲਣਾ ਪੈਣਾ, ਚਾਰ ਪਾਰਟੀਆਂ ਨੂੰ ਇੱਥੇ ਉਹਨਾਂ ਦੇ ਅਲੱਗ-ਅਲੱਗ ਤਰੀਕੇ ਨਾਲ ਉਹਨਾਂ ਨੂੰ ਟਾਰਗੇਟ ਕਰਨਾ ਪੈਣਾ ਸਿਆਸੀ ਤੌਰ ਤੇ। ਮੈਂ ਕਿਸੇ ਦੇ ਉਲਟ ਬੋਲਦਾ ਹੀ ਨਹੀਂ। ਮੈਂ ਤਾਂ ਜਦੋਂ ਇਹ ਮਾੜੇ ਜੀ ਬੋਲਦੇ ਆ ਉਦੋਂ ਇਹਨਾਂ ਦੀ ਗੱਲ ਦਾ ਜਵਾਬ ਦੇ ਕੇ ਛੱਡ ਦਿੰਦਾ। ਮੈਂ ਤਾਂ ਪਰਿਵਾਰਾਂ 'ਚ ਜਾਂਦਾ ਵੀ ਮੈਂ 5 ਸਾਲ ਨੌਕਰੀ ਕੀਤੀ ਆ, ਨਾ ਕਿਸੇ ਮੈਂ ਰਿਸ਼ਤੇਦਾਰੀ 'ਚ ਗਿਆ, ਨਾ ਕਿਤੇ ਮੈਂ ਘੁੰਮਣ ਫਿਰਨ ਗਿਆ, ਔਰ ਮੈਂ ਨਾ ਬੱਚਿਆਂ ਵੱਲ ਦੇਖਿਆ। 5 ਸਾਲ ਮੈਂ ਆਪਣੇ ਸ਼ਾਹਕੋਟ ਦੇ ਪਰਿਵਾਰ ਲਈ ਨੌਕਰੀ ਕੀਤੀ ਆ, ਸਾਰੇ ਰਿਸ਼ਤੇਦਾਰਾਂ ਲਈ ਨੌਕਰੀ ਕੀਤੀ ਆ। ਤਾਂ ਅੱਜ ਤੁਹਾਡੇ ਕੋਲ ਤਨਖਾਹ ਲੈਣ ਆਇਆ, ਤਨਖਾਹ ਦੇ ਦਿਓ, ਤਾਂ ਫਿਰ ਅਗਲੇ 5 ਸਾਲ ਫਿਰ ਉਸੇ ਤਰ੍ਹਾਂ ਹੀ ਸੇਵਾ ਕਰੂੰ। ਕਹਿੰਦਾ ਜਦੋਂ ਕੋਈ ਖਾਸੇ ਤੁਹਾਡੇ, ਮੈਂ ਹੁਣ ਗੱਲਬਾਤ ਕਰ ਰਹੀ ਸੀ ਸ਼ਾਹਕੋਟ ਦੇ ਵਿੱਚ ਕਈ ਲੋਕਾਂ ਨੂੰ, ਕਹਿੰਦੇ ਜਦੋਂ ਤੁਸੀਂ ਹੱਸ ਕੇ ਗੱਲ ਕਰਨੀ ਹੋ ਕੁਛ ਨਾ ਕੁਛ ਦਿਲ ਵਿੱਚ ਰੱਖਦੇ ਹੋ। ਦਿਲ 'ਚ ਕੀ ਰੱਖਣਾ? ਮੈਂ ਕਹਿੰਦੇ ਜਦੋਂ ਸਮਾਈਲ ਕਰਤੀ ਹੱਸ ਗਏ, ਉਦੋਂ ਕੋਈ ਨਾ ਕੋਈ ਹੁੰਦਾ ਵੀ ਕੋਈ ਗੱਲ ਅੰਦਰ ਲੁਕੋ ਲੈਣੇ, ਫਿਰ ਬਾਅਦ ਚ ਦੱਸਦੇ ਹੋ ਜਾ ਕੇ। ਨਹੀਂ, ਇਹੋ ਜੀ ਕੋਈ ਗੱਲ ਨਹੀਂ। ਮੈਂ ਇਹ ਲੋਕ ਕਹਦੇ ਸੀ, ਸ਼ਾਹਕੋਟ ਦੇ ਲੋਕ ਖੁਦ ਕਹਦੇ ਸੀ। ਮੈਂ ਤਾਂ ਸਪਸ਼ਟ ਜਿਹਾ ਬੰਦਾ, ਜੋ ਮੇਰੇ ਮਨ 'ਚ ਆ ਮੇਰੇ ਮੂੰਹ ਤੇ ਆ। ਮੈਂ ਇੱਕੋ ਹੀ ਗੱਲ ਆ ਮੇਰੇ ਮਨ 'ਚ, ਇਹ ਹੁੰਦਾ ਵੀ ਯਾਰ ਜਿੰਨਾ ਕੰਮ ਕਰ ਲਈਏ ਥੋੜ੍ਹਾ। ਹੁਣ ਮੇਰਾ ਏਜੰਡਾ ਅੱਗੇ ਵੀ ਆ, ਜਿਹੜੇ ਮੈਂ ਪਿਛਲੇ ਕੰਮ ਕੀਤੇ ਕੁਛ ਕੰਪਲੀਟ ਕਰ ਲਿਆ ਸੀ ਪ੍ਰੋਜੈਕਟ, ਕੁਛ ਸਾਡੇ ਆਲਰੇਡੀ ਰਨਿੰਗ ਕੰਡੀਸ਼ਨ 'ਚ ਵਾਈਂਡ ਅਪ ਕਰਨ ਵਾਲੇ ਆ, ਕੰਪਲੀਟ ਹੋ ਜਾਣਗੇ। ਮੈਂ ਪੱਥਰਾਂ ਪੁੱਥਰਾਂ 'ਚ ਬਾਲਾ ਨਹੀਂ ਵਿਸ਼ਵਾਸ ਕਰਦਾ ਉਦਘਾਟਨਾਂ 'ਚ। ਅਸੀਂ ਨਾ ਕਿਸੇ ITI ਬਣ ਰਹੀ ਉਹਦਾ ਨੀਂਹ ਪੱਥਰ ਰੱਖਿਆ, ਨਾ ਉਹਦਾ ਕੋਈ ਪੁਲ ਬਣ ਰਹੇ ਮੇਰੇ ਉਹਦਾ ਨੀਂਹ ਪੱਥਰ ਨਹੀਂ ਰੱਖਿਆ। ਜਦੋਂ ਕੰਪਲੀਟ ਹੋ ਜਾਊਗਾ ਉਦੋਂ ਹੀ ਉਦਘਾਟਨ ਕਰੂੰਗਾ ਵੀ ਆਪਣੇ ਹੱਥੀਂ। ਪਹਿਲਾਂ ਵੈਸੇ MLA ਨੀਂਹ ਪੱਥਰ ਰੱਖਦੇ ਨਹੀਂ, ਤੁਸੀਂ ਰੱਖਦੇ ਨਹੀਂ ਨੀਂਹ ਪੱਥਰ, ਵੀ ਕੰਮ ਕਰਨ ਤੋਂ ਬਾਅਦ ਕਰਦੇ ਹੋ। ਉਦਘਾਟਨ ਕਰਦਾ ਤਾਂ ਹੁਣ ਵੀ ਗਾਂਹ ਵੀ ਕਰੂੰਗਾ, ਜਿਹੜੇ ਪ੍ਰੋਜੈਕਟ ਚੱਲ ਰਹੇ ਆ ਆਲਰੇਡੀ ਉਦਘਾਟਨ ਕਰੂੰਗਾ, ਤੁਹਾਡੇ ਸਾਹਮਣੇ ਕਰੂੰਗਾ। 10 ਮਾਰਚ ਨੂੰ ਤੁਹਾਨੂੰ ਫੋਨ ਕਰਾਂਗੇ ਜ਼ਰੂਰ, ਸਾਰਿਆਂ ਨੂੰ ਫੋਨ ਕਰਕੇ ਪੁੱਛਾਂਗੇ ਵੀ ਕੀ ਹਾਲ ਹਲਕੇ ਦਾ, ਉਹ ਕਿਵੇਂ ਜਿੱਤ। ਉਹ ਤਾਂ TV ਤੇ ਪਤਾ ਲੱਗ ਜਾਣਾ, ਨਾਲੋਂ ਨਾਲ ਹੀ ਤੁਸੀਂ 9 ਵਜੇ ਸ਼ੁਰੂ ਕਰ ਦੇਣਾ ਕੰਮ। ਇਹ ਸਨ ਸਾਡੇ ਨਾਲ ਲਾਡੀ ਸਾਹਿਬ MLA ਮੌਜੂਦਾ ਨੇ ਕਾਂਗਰਸ ਪਾਰਟੀ ਵੱਲੋਂ, ਹਲਕਾ ਸ਼ਾਹਕੋਟ ਹੈ। ਜਿਵੇਂ ਅਲੱਗ-ਅਲੱਗ ਤਰੀਕੇ ਨਾਲ ਚਰਚਾ ਹੁੰਦੀ ਹੈ ਕਿ ਹਰ ਇੱਕ ਉਮੀਦਵਾਰ ਇਹੀ ਸੋਚਦਾ ਕਿ ਉਹ ਜਿੱਤ ਜੂਗਾ। ਜਿਵੇਂ ਤਨਕਾਮ ਦੀ ਪਾਰਟੀ ਸ਼ਾਹਕੋਟ ਵੱਲੋਂ ਕਹਿ ਸੀ ਕਿ 10 ਮਾਰਚ ਨੂੰ ਖੁਦ ਫੋਨ ਕਰਕੇ ਦੱਸਾਂਗਾ ਕਿ ਮੈਂ ਜਿੱਤ ਗਿਆ। ਹੁਣ ਇਹ ਵੀ ਕਹਿ ਨੇ ਕਿ ਜਿੱਤ ਇਹਨਾਂ ਦੀ ਪੱਕੀ ਹੈ। ਇਹ ਲੋਕਤੰਤਰ ਹੈ। ਲੋਕ ਜਦੋਂ ਵੋਟ ਕਰਨ ਜਾਂਦੇ ਨੇ ਆਪਣੇ ਸਹੀ ਉਮੀਦਵਾਰ ਨੂੰ ਵੋਟ ਕਰਕੇ ਉਹ ਸੱਤਾ ਵਿੱਚ ਲੈ ਕੇ ਆਉਂਦੇ ਨੇ। ਉਸ ਤੋਂ ਬਾਅਦ ਫਿਰ ਲੋਕ ਇਹ ਵੀ ਸੋਚਦੇ ਨੇ ਕਿ ਅਸੀਂ ਉਮੀਦਵਾਰ ਤਾਂ ਲੈ ਕੇ ਆਏ ਹਾਂ, ਸਾਡੇ ਕਿੰਨੇ ਕੁ ਕੰਮ ਹੋਏ ਨੇ। ਤਾਂ 10 ਮਾਰਚ ਨੂੰ ਇਹਨਾਂ ਨੂੰ ਫੋਨ ਕਰਾਂਗੇ ਔਰ ਜਾਣਾਂਗੇ ਵੀ ਕੀ ਲੋਕਾਂ ਨੇ ਔਰ ਕਿਸ ਦਾਅਵੇਦਾਰ ਉੱਤੇ ਉਹਨਾਂ ਨੇ ਮੁਹਰ ਲਗਾਈ ਹੈ। ਉਮੀਦਵਾਰ ਹੈਗੇ ਨੇ ਇਸ ਸਮੇਂ ਪੰਜਾਬ ਦੇ ਵਿੱਚ 5 ਪਾਰਟੀਆਂ ਨੇ, ਉਮੀਦਵਾਰ ਬਹੁਤ ਨੇ, ਕੋਈ ਆਜ਼ਾਦ ਵੀ ਖੜਾ ਹੈ। ਤਾਂ ਲੋਕ ਹੁਣ ਤੈਅ ਕਰਨਗੇ ਵੀ ਕਿਸ ਪਾਸੇ ਜਾ ਕੇ ਸ਼ਾਹਕੋਟ ਦੀ ਸੀਟ ਜੋ ਹੈ ਝੋਲੀ 'ਚ ਪਾਉਣਗੇ ਔਰ ਕਿਹੜੇ-ਕਿਹੜੇ ਕੰਮਾਂ 'ਚ ਪਾਉਣਗੇ। ਸ਼ਾਹਕੋਟ ਦੇ ਲੋਕ ਜਾਣਦੇ ਨੇ ਔਰ ਕਿਉਂ ਵੋਟ ਕਰਨਗੇ ਵੀ ਸ਼ਾਹਕੋਟ ਦੇ ਲੋਕ ਜਾਣਦੇ ਨੇ। ਤਾਂ 10 ਮਾਰਚ ਦਾ ਇੰਤਜ਼ਾਰ ਕਰਾਂਗੇ, ਕੌਣ ਜਿੱਤੂਗਾ ਸ਼ਾਹਕੋਟ ਦੀ ਸੀਟ, ਤੁਹਾਨੂੰ ਅਸੀਂ ਪਲ-ਪਲ ਦੀ ਅਪਡੇਟ ਦਿੰਦੇ ਰਹਾਂਗੇ।